ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਆ, ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ। ਗੁਰੂ ਸਾਹਿਬ ਭੇਜ ਦਿੰਦੇ ਆ ਕਿ ਜਿਹੜਾ ਰਸਨਾ ਦੁਆਰਾ ਨਾਮ ਉਚਾਰਦਾ ਹੈ, ਕੰਨਾਂ ਦੁਆਰਾ ਉਸ ਮਾਲਕ ਦੇ ਨਾਮ ਨੂੰ ਸੁਣਦਾ ਆ। ਨਾਮ ਨੂੰ ਸ਼ਬਦ ਕਿਹਾ ਆ, ਮਹਾਰਾਜ ਗੁਰਬਾਣੀ ਵਿੱਚ ਭੇਜ ਦਿੰਦੇ ਆ। ਕਹਿੰਦੇ ਨਾਨਕ ਤਿੰਨ ਸੱਦ ਬਲਿਹਾਰਨੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ। ਕਹਿੰਦੇ ਅਸੀਂ ਉਹਨਾਂ ਦੇ ਬਲਿਹਾਰੀ ਜਾਂਦੇ ਹਾਂ ਜਿਨ੍ਹਾਂ ਦਾ ਪਰਮਾਤਮਾ ਵੱਲ ਧਿਆਨ ਲੱਗਦਾ ਹੈ, ਉਸ ਮਾਲਕ ਨੂੰ ਯਾਦ ਕਰਦੇ ਆ, ਪਰਮਾਤਮਾ ਨੂੰ ਯਾਦ ਕਰਦੇ ਆ, ਰਸਨਾ ਦੁਆਰਾ ਉਸ ਮਾਲਕ ਦਾ ਨਾਮ ਉਚਾਰਦੇ ਆ। ਜਿਵੇਂ ਆਪਾਂ ਗੁਰਮੰਤਰ ਦਾ ਅਭਿਆਸ ਕਰ ਰਹੇ ਸੀ ਕਿ ਮਹਾਰਾਜ ਕਹਿੰਦੇ ਰਸਨਾ ਦੁਆਰਾ ਬੋਲਣਾ, ਸਰਵਣਾ ਦੁਆਰਾ ਸੁਣਨਾ। ਫਿਰ ਜਿੱਥੇ ਸਾਡੀ ਰਸਨਾ ਬੋਲਣਾ ਬੰਦ ਕਰ ਦੇ, ਉੱਥੇ ਫਿਰ ਸੁਣਨ ਦੀ ਅਵਸਥਾ 'ਚ ਆ ਜਾਣਾ। ਜਿਸ ਮਾਲਕ ਨੂੰ ਅਸੀਂ ਆਵਾਜ਼ ਦੇ ਰਹੇ ਹਾਂ, ਅਕਾਲ ਪੁਰਖ ਨਿਰੰਕਾਰ ਨੂੰ, ਉਹ ਫਿਰ ਸਾਨੂੰ ਆਵਾਜ਼ ਅੰਦਰ ਸਾਰਿਆਂ ਨੂੰ ਦੇ ਰਹੇ। ਜਦੋਂ ਫਿਰ ਆਪਾਂ ਵਿਚਾਰਾਂ ਤੋਂ ਰਹਿਤ ਹੁੰਦੇ ਹਾਂ, ਫਿਰ ਇਹਨਾਂ ਸਰਵਣਾ ਦੁਆਰਾ ਉਸ ਮਾਲਕ ਦੀ ਆਵਾਜ਼ ਨੂੰ ਸੁਣਨਾ ਹੁੰਦਾ। ਅਤੇ ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦਾ ਧਿਆਨ ਭਾਰ ਬ੍ਰਹਮ ਵਿੱਚ ਆ। ਅਤੇ ਮਹਾਰਾਜ ਕਹਿੰਦੇ ਹੱਬ ਕੁੜਾਵੇ ਕੰਮ ਇੱਕ ਸਸਾਈ ਬਾਹਰੇ। ਜੇ ਅਸੀਂ ਮਾਲਕ ਦੇ ਹੁਕਮ ਤੋਂ ਆਕੀ ਹੋ ਕੇ ਕੰਮ ਕਰਦੇ ਹਾਂ ਅਤੇ ਮਹਾਰਾਜ ਕਹਿੰਦੇ ਉਹ ਕੰਮ ਵਿਅਰਥ ਆ। ਜੇ ਅਸੀਂ ਸਿਮਰਨ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਨਾਮ ਹੁਕਮ ਦਾ ਸਾਨੂੰ ਭੇਦ ਨਹੀਂ, ਅਤੇ ਮਹਾਰਾਜ ਕਹਿੰਦੇ ਹੱਬ ਕੁੜਾਵੇ ਕੰਮ ਇੱਕ ਸਾਈ ਬਾਹਰੇ, ਕਿ ਪਰਮਾਤਮਾ ਤੋਂ ਬਾਹਰ ਹੋ ਕੇ, ਉਹਦੇ ਹੁਕਮ ਤੋਂ ਆਕੀ ਹੋ ਕੇ ਜੋ ਵੀ ਕੰਮ ਕਰਦੇ ਹੋ, ਮਹਾਰਾਜ ਕਹਿੰਦੇ ਵਿਅਰਥ ਆ। ਨਾਨਕ ਸਈ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ। ਫਿਰ ਮਹਾਰਾਜ ਉਹਨਾਂ ਨੂੰ ਧਨ ਕਹਿੰਦੇ ਆ ਜਿਨ੍ਹਾਂ ਦਾ ਪਿਆਰ ਪਰਮਾਤਮਾ ਨਾਲ ਆ। ਅਤੇ ਗੁਰਬਾਣੀ 'ਚ ਮਹਾਰਾਜ ਸਾਨੂੰ ਭੇਜ ਦਿੰਦੇ ਆ ਕਿ ਜੇ ਮਹਾਰਾਜ ਕਿਰਪਾ ਕਰਨ ਫਿਰ ਹੀ ਅਸੀਂ ਉਸ ਪਰਮਾਤਮਾ ਦਾ ਨਾਮ ਉਚਾਰ ਸਕਦੇ ਹਾਂ। ਕੋਈ ਸਾਡੇ ਪਿਛਲੇ ਚੰਗਾ ਕਰਮ ਕੀਤਾ ਹੋਇਆ ਅੱਗੇ ਆ ਜਾਂਦਾ, ਜਿਹਦੇ ਬਦੌਲਤ ਸਾਨੂੰ ਸੰਗਤ ਮਿਲਦੀ, ਮਹਾਰਾਜ ਬਖਸ਼ਿਸ਼ ਕਰ ਦਿੰਦੇ ਆ ਅਤੇ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਗੁਰਬਾਣੀ ਵਿੱਚ, ਭਾਵੀ ਉਦੋਤ ਕਰਨੰ ਹਰ ਰਮਨੰ ਸੰਜੋਗ ਪੂਰਨ ਹੈ। ਕਿ ਕਿਤੇ ਪਿਛਲੇ ਜਨਮਾਂ ਦੇ ਵਿੱਚ ਅਸੀਂ ਕੋਈ ਚੰਗਾ ਕੰਮ ਕੀਤਾ ਹੁੰਦਾ, ਜਿਸ ਦੀ ਬਦੌਲਤ ਅਸੀਂ ਇੱਥੇ ਸਾਨੂੰ ਸੰਗਤ ਵਿੱਚ ਆ ਜਾਂਦੇ ਹਾਂ, ਮਾਲਕ ਦਾ ਨਾਮ ਜਪਦੇ ਹਾਂ। ਅਤੇ ਜਿੱਦਣ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ, ਉਹ ਮੂਰਤ, ਉਹ ਘੜੀ ਸਾਡੇ ਲਈ ਸਫਲ ਹੁੰਦੀ ਹੈ। ਗੁਰੂ ਸਾਹਿਬ ਫਰਮਾਉਂਦੇ ਆ, ਗੋਪਾਲ ਦਰਸ਼ ਭੇਟੰ ਸਫਲ ਨਾਨਕ ਸੋ ਮੂਰਤ ਹੈ। ਕਹਿੰਦੇ ਉਹ ਮਹੂਰਤ, ਘੜੀ, ਸਮਾਂ ਸਾਡੇ ਲਈ ਸਫਲ ਆ ਜਦੋਂ ਅਸੀਂ ਪਰਮਾਤਮਾ ਨਾਲ ਮਿਲ ਲੈਂਦੇ ਹਾਂ। ਗੋਪਾਲ ਦਰਸ਼ ਭੇਟੰ, ਕਿ ਪਰਮਾਤਮਾ ਦੇ ਸਾਨੂੰ ਦਰਸ਼ਨ ਹੋ ਜਾਂਦੇ ਆ। ਅਤੇ ਜਦੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਆ, ਉਹ ਸੁੱਖ ਦੀ ਕੀਮਤ ਦਿੱਤੀ ਨਹੀਂ ਜਾ ਸਕਦੀ। ਉਹ ਕੀਮਤ ਜਿਹੜੇ ਸਾਨੂੰ ਜਦੋਂ ਪਰਮਾਤਮਾ ਨਾਲ ਮਿਲਾਪ ਕਰਕੇ ਸੁੱਖ ਮਿਲਦਾ, ਉਹ ਆਨੰਦ, ਉਹ ਮਹਾਰਾਜ ਕਹਿੰਦੇ ਕੀਮਤ ਤੋਂ ਬਾਹਰ ਆ। ਮਹਾਰਾਜ ਕਹਿੰਦੇ ਕੀਮ ਨਾ ਸਕਾ ਪਾਏ ਸੁੱਖ ਮਿੱਤੀ ਹੂੰ ਬਾਹਰੇ। ਕਹਿੰਦੇ ਜਦੋਂ ਪਰਮਾਤਮਾ ਨਾਲ, ਗੋਪਾਲ ਨਾਲ ਸਾਡੀ ਭੇਟ ਹੋ ਜਾਂਦੀ ਆ, ਅਤੇ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਜਿਹੜਾ ਸੁੱਖ ਸਾਨੂੰ ਉਸ ਵਕਤ ਪ੍ਰਾਪਤ ਹੁੰਦਾ। ਨਾਨਕ ਸਾਹ ਵੇਲੜੀ ਪ੍ਰਵਾਨ। ਕਹਿੰਦੇ ਉਹ ਸਾਡਾ ਵੇਲਾ ਪ੍ਰਵਾਨ ਹੁੰਦਾ ਆ ਜਿਤ ਮਿਲੰਦੜੋ ਮਾਂ ਪੀਰੀ। ਜਿਸ ਦਿਨ ਸਾਨੂੰ ਸਾਡਾ ਪਿਆਰਾ ਪ੍ਰੀਤਮ ਮਾਲਕ ਮਿਲ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੇ ਸੋ ਦਿਨ ਪ੍ਰਵਾਨ। ਸਾਡਾ ਉਹ ਵੇਲਾ, ਉਹ ਘੜੀ ਸਫਲ ਹੋ ਜਾਂਦੀ, ਉਹ ਸਮਾਂ ਸਾਡਾ ਪ੍ਰਵਾਨ ਹੋ ਜਾਂਦਾ ਜਦੋਂ ਅਸੀਂ ਮਾਲਕ ਨਾਲ ਮਿਲਾਪ ਕਰ ਲੈਂਦੇ। ਫਿਰ ਮਹਾਰਾਜ ਨੇ ਗੁਰਬਾਣੀ ਭੇਜ ਦਿੱਤਾ। ਫਿਰ ਸਵਾਲ ਜਵਾਬ ਵੀ ਗੁਰਬਾਣੀ ਵਿੱਚ ਦੱਸਿਆ। ਕਹਿੰਦੇ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ। ਇੱਕ ਪਾਸ ਮਹਾਰਾਜ ਨੇ ਦੱਸਿਆ ਆ ਕਿ ਉਹ ਵੇਲਾ ਪ੍ਰਵਾਨ ਹੋ ਜਾਂਦਾ ਜਦੋਂ ਅਸੀਂ ਮਾਲਕ ਨਾਲ ਮਿਲਾਪ ਕਰ ਲੈਂਦੇ, ਉਹ ਸੁੱਖ ਆਨੰਦ ਸਾਨੂੰ ਆਉਂਦਾ। ਅਤੇ ਫਿਰ ਕਹਿੰਦੇ ਉਹ ਕਿਹੜਾ ਵੇਲਾ ਹੈ? ਜਦੋਂ ਪਰਮਾਤਮਾ ਨੂੰ ਪਾਇਆ ਜਾਂਦਾ। ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ, ਕਿ ਉਹ ਕਿਹੜਾ ਵੇਲਾ ਆ
ਜਦੋਂ ਅਸੀਂ ਪਰਮਾਤਮਾ ਨੂੰ ਪਾ ਲੈਂਦੇ ਹਾਂ। ਸੋ ਮੂਰਤ ਭਲਾ ਸੰਜੋਗ ਜਿਤ ਮਿਲੇ ਗੁਸਾਈ। ਉਹ ਕਿਹੜਾ ਸੰਜੋਗ ਮੂਰਤ ਭਲਾ ਆ? ਜਦੋਂ ਪਰਮਾਤਮਾ ਦਾ ਮਿਲਾਪ ਹੁੰਦਾ ਹੈ। ਗੁਰੂ ਸਾਹਿਬ ਨੇ ਆਪਾਂ ਨੂੰ ਗੁਰਬਾਣੀ ਸਮਝਾਇਆ, ਕਹਿੰਦੇ ਕਿ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ, ਜਿਸ ਦਿਨ ਪਰਮਾਤਮਾ ਨੂੰ ਸਾਡੀ ਭੇਟ ਹੋ ਜਾਂਦੀ, ਗੋਪਾਲ ਦੇ ਦਰਸ਼ਨ ਸਾਨੂੰ ਹੋ ਜਾਂਦੇ ਆ, ਉਹ ਮੂਰਤ ਸਾਡਾ ਭਲਾ ਆ, ਉਹ ਪ੍ਰਵਾਨ ਹੋ ਜਾਂਦਾ, ਉਹ ਸਫਲ ਘੜੀ ਸਾਡੀ ਹੋ ਜਾਂਦੀ। ਅਤੇ ਉਸ ਦਿਨ ਤੋਂ ਸਾਡਾ ਜੀਵਨ ਸ਼ੁਰੂ ਹੁੰਦਾ ਜਦੋਂ ਅਸੀਂ ਮਾਲਕ ਨਾਲ ਮਿਲਾਪ ਕਰ ਲੈਂਦੇ ਹਾਂ। ਅਤੇ ਕਹਿੰਦੇ ਉਹ ਫਿਰ ਕਿਹੜਾ ਵੇਲਾ ਆ, ਕਿਹੜੀ ਘੜੀ ਆ, ਉਹ ਕਿਹੜਾ ਸੰਜੋਗ ਆ ਜਦੋਂ ਪਰਮਾਤਮਾ ਮਿਲਦਾ ਹੈ। ਫਿਰ ਆਪਾਂ ਨੂੰ ਜਵਾਬ ਵੀ ਦਿੱਤਾ, ਕਹਿੰਦੇ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ। ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ। 8 ਪਹਿਰ ਹਰ ਧਿਆਏ ਕੇ ਮਨ ਇਸ਼ ਪੁਜਾਈ। ਕਹਿੰਦੇ ਫਿਰ ਉਹਨੂੰ ਮਿਲਣ ਦਾ ਤਰੀਕਾ ਦੱਸ ਦਿੱਤਾ। ਕਹਿੰਦੇ ਕਿਹੜਾ ਵੇਲਾ, ਕਿਹੜੀ ਘੜੀ ਸਫਲ ਆ। ਫਿਰ ਮਹਾਰਾਜ ਕਹਿੰਦੇ ਜਦੋਂ 8 ਪਹਿਰ ਉਸ ਮਾਲਕ ਦਾ ਅਸੀਂ ਸਿਮਰਨ ਕਰਦੇ ਹਾਂ, ਉਹਨੂੰ ਧਿਆਉਂਦੇ ਹਾਂ, ਫਿਰ ਸਾਡੇ ਮਨ ਦੀ ਇੱਛਾ ਪੂਰੀ ਹੋ ਜਾਂਦੀ। ਕਿਹੜੀ ਇੱਛਾ? ਜਿਹੜੀ ਮਨੋਰਥ, ਜਿਸ ਮਕਸਦ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ, ਜਿਹਨੂੰ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਵਾਰੀ ਸਾਨੂੰ ਮਿਲੀ ਹੈ ਪਰਮਾਤਮਾ ਨੂੰ ਮਿਲਣ ਦੀ, ਅਤੇ ਮਹਾਰਾਜ ਕਹਿੰਦੇ ਉਹ ਇੱਛਾ ਮਨ ਦੀ ਪੂਰੀ ਹੋ ਜਾਂਦੀ। ਜੋ ਅਸੀਂ ਮਨਸਾ ਲੈ ਕੇ ਆਉਣੇ ਆ, ਧਾਰਦੇ ਹਾਂ ਕਿ ਪਰਮਾਤਮਾ ਨੂੰ ਮਿਲਣਾ ਹੈ। ਮਹਾਰਾਜ ਕਹਿੰਦੇ ਮਨਸਾ ਧਾਰ ਜੋ ਘਰ 'ਤੇ ਆਵੇ, ਕਿ ਜਿਹੜੀ ਮਨ ਦੇ ਵਿੱਚ ਅਸੀਂ ਮਨਸਾ ਲੈ ਕੇ ਆਉਣੇ ਕਿ ਅਸੀਂ ਮਾਲਕ ਨੂੰ ਮਿਲਣਾ, ਦੇ ਸਾਧ ਸੰਗਤ ਜਨਮ ਮਰਨ ਮਿਟਾਵੇ। ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਓ। ਜਦੋਂ ਸਾਡੇ ਨਾਲ ਸਾਡਾ ਗੁਰੂ ਦੇ ਨਾਲ ਮਿਲਾਪ ਹੁੰਦਾ, ਉਸ ਵਕਤ ਗੁਰੂ ਦੁਆਰਾ ਸਾਨੂੰ ਇਹ ਸਾਰਾ ਰਸਤਾ ਦੱਸਿਆ ਜਾਂਦਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਇਹ ਸਾਰਾ ਰਸਤਾ ਦੱਸਿਆ ਗਿਆ ਆ, ਕਿਵੇਂ ਪਰਮਾਤਮਾ ਨਾਲ ਮਿਲਾਪ ਕਰਨਾ। ਫਿਰ ਮਹਾਰਾਜ ਨੇ ਆਪਾਂ ਨੂੰ ਇਹ ਸਮਝਾਇਆ ਕਿ ਜਿੱਦਣ ਤੁਹਾਡਾ ਮਿਲਾਪ ਹੋ ਗਿਆ, ਉਹ ਘੜੀ ਸੁਹਾਵੀ ਹੋ ਜਾਣੀ, ਜਿਸ ਦਿਨ ਤੁਸੀਂ ਪਰਮਾਤਮਾ ਅਕਾਲ ਪੁਰਖ ਨਿਰੰਕਾਰ ਨੂੰ ਮਿਲੇ। ਅਤੇ ਵੱਡੇ ਭਾਗ ਆ ਜਦੋਂ ਸੰਗਤ ਮਿਲ ਜਾਂਦੀ ਸਾਨੂੰ। ਸੰਗਤ ਵਿੱਚ ਆ ਕੇ ਸਾਨੂੰ ਇਹ ਸਾਰੀ ਸੋਝੀ ਆ ਜਾਂਦੀ ਕਿ ਅਸੀਂ ਕਿਸ ਮਕਸਦ ਵਾਸਤੇ ਸੰਸਾਰ 'ਚ ਆਏ, ਕਿਹੜਾ ਉਹ ਭਲਾ ਦਿਨ ਆ, ਕਿਹੜੀ ਉਹ ਭਲੀ ਘੜੀ ਆ ਕਿ ਜਦੋਂ ਮਾਲਕ ਨਾਲ ਮਿਲਾਪ ਹੋਣਾ। ਉਹ ਫਿਰ ਆਪਾਂ ਨੂੰ ਦੱਸਿਆ ਕਿ ਤੁਹਾਡੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਜਾਏਗੀ। ਕਿਵੇਂ ਹੋਣੀ? ਮਹਾਰਾਜ ਕਹਿੰਦੇ ਜਦੋਂ 8 ਪਹਿਰ ਹਰ ਧਿਆਏ ਕੇ, ਕਿ ਜਦੋਂ ਤੁਸੀਂ 8 ਪਹਿਰ ਉਸ ਪਰਮਾਤਮਾ ਦਾ ਸਿਮਰਨ ਕਰਦੇ ਆ, ਮਨ ਇਸ਼ ਪੁਜਾਈ, ਮਨ ਦੀ ਇੱਛਾ ਫਿਰ ਪੂਰੀ ਹੋ ਜਾਂਦੀ। ਵੱਡੇ ਭਾਗ ਸਤਸੰਗ ਹੋਏ ਨਿਵ ਲਾਗਾ ਪਾਈ। ਕਹਿੰਦੇ ਬਹੁਤ ਵੱਡੇ ਭਾਗ ਹੋਣ ਤਾਂ ਫਿਰ ਸਾਨੂੰ ਸੰਗਤ ਮਿਲਦੀ, ਜਿਹਦੇ ਵਿੱਚ ਸਾਨੂੰ ਇਹ ਸਾਰਾ ਗਿਆਨ ਦਿੱਤਾ ਜਾਂਦਾ, ਕਿਵੇਂ ਪਰਮਾਤਮਾ ਨਾਲ ਮਿਲਾਪ ਕਰਨਾ, ਕਿਵੇਂ ਸਾਡਾ ਵਿਛੋੜਾ ਪਿਆ। ਫਿਰ ਮਹਾਰਾਜ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਆ ਕਿ ਇਹ ਜਿਹੜਾ ਮਨ ਆ ਸਾਡਾ, ਇਹਨੇ ਪਰਮਾਤਮਾ ਦੀ ਪਹਿਚਾਣ ਕਰਨੀ। ਜਦੋਂ ਇਹ ਮਨ ਆਪਣੇ ਆਪ ਨੂੰ ਪਹਿਚਾਣ ਲੈਂਦਾ, ਉਦੋਂ ਫਿਰ ਪਰਮਾਤਮਾ ਦਾ ਰੂਪ ਹੋ ਜਾਂਦਾ। ਕਿਉਂਕਿ ਮਹਾਰਾਜ ਗੁਰਬਾਣੀ 'ਚ ਦੱਸਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਤੇ ਇਹ ਮੂਲ ਉਦੋਂ ਪਛਾਣਦਾ ਜਦੋਂ ਅੰਦਰੋਂ ਸ਼ਬਦ ਨੂੰ ਪਹਿਚਾਣ ਲੈਂਦਾ ਹੈ। ਜਦੋਂ ਸ਼ਬਦ ਜਿਹੜਾ ਸੀ ਸਾਡੇ ਸਾਰਿਆਂ ਦੇ ਅੰਦਰ ਚੱਲਦਾ ਹੈ, ਜਿਹਨੂੰ ਅਨਹ ਸ਼ਬਦ, ਨਾਦ, ਅਨਹਦ ਬਾਣੀ ਗੁਰਬਾਣੀ 'ਚ ਦੱਸਿਆ ਹੈ। ਮਹਾਰਾਜ ਕਹਿੰਦੇ ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿਨਹੀ ਪਾਈ। ਕਿ ਜਦੋਂ ਸਾਨੂੰ ਅੰਦਰ ਸ਼ਬਦ ਦੀ ਪਹਿਚਾਣ ਆ ਜਾਂਦੀ, ਪਰਮਾਤਮਾ ਜੋ ਸਾਡੇ ਸਾਰਿਆਂ ਦੇ ਅੰਦਰ ਬੋਲ ਰਿਹਾ, ਜਿਹੜੀ ਮਾਲਕ ਭਾਸ਼ਾ ਬੋਲਦੇ, ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਮਹਾਰਾਜ ਕਹਿੰਦੇ ਤਿਸ ਰੂਪ ਨਰੇਖ ਅਨਾਹਦ ਵਾਜੇ ਸ਼ਬਦ ਨਿਰੰਜਨ ਕੀਆ। ਕਿ ਉਹ ਸ਼ਬਦ ਪਰਮਾਤਮਾ ਜੋ ਮਾਇਆ ਤੋਂ ਰਹਿਤ ਹੈ, ਨਿਰੰਜਨ ਹੈ, ਉਹਦੇ ਮੁਖ ਦੀ ਉਚਾਰਨ ਕੀਤੀ ਹੋਈ ਬਾਣੀ। ਅਤੇ ਜਦੋਂ ਸਾਡੀ ਉਸ ਨਾਮ ਨਾਲ ਹੀ ਸਾਡੀ ਲਿਵ ਟੁੱਟੀ, ਉਹਨੇ ਸ਼ਬਦ ਵੀ ਕਿਹਾ ਗੁਰਬਾਣੀ ਦੇ ਵਿੱਚ। ਅਤੇ ਜਦੋਂ ਸਾਡੀ ਸ਼ਬਦ ਨਾਲ ਲਿਵ ਜੁੜ ਜਾਂਦੀ ਹੈ, ਅਸੀਂ ਆਪੇ ਦੀ ਪਹਿਚਾਣ ਕਰ ਲੈਂਦੇ ਹਾਂ। ਮਹਾਰਾਜ ਕਹਿੰਦੇ ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿਨਹੀ ਪਾਈ। ਇਹ ਮਨੁਆ ਫਿਰ ਕਹਿੰਦੇ ਕਿਵੇਂ, ਕਿੱਥੇ ਜਾ ਕੇ ਭੇਦ ਸਾਨੂੰ ਲੱਗਦਾ ਹੈ? ਜਦੋਂ ਅਸੀਂ ਸੁੰਨ ਵਿੱਚ ਜਾਂਦੇ ਹਾਂ। ਮਹਾਰਾਜ ਫਰਮਾਉਂਦੇ ਇਹ ਮਨੁਆ ਸੁੰਨ ਸਮਾਧ ਲਗਾਵੇ ਜੋਤੀ ਜੋਤ ਮਲਾਈ। ਜਦੋਂ ਸਾਡਾ ਮਨ ਸੁੰਨ 'ਚ ਚਲਾ ਜਾਂਦਾ ਆ, ਸਮਾਧੀ ਵਿੱਚ ਬੈਠ ਜਾਂਦੇ ਹਾਂ, ਫਿਰ ਮਹਾਰਾਜ ਕਹਿੰਦੇ ਸਾਡੇ ਜਿਹੜਾ ਇਹ ਮਨ ਦਾ ਸਾਨੂੰ ਪ੍ਰਕਾਸ਼ ਦਿਸਦਾ ਹੈ। ਜਿਵੇਂ ਹੁਣ ਆਪਾਂ ਬੈਠੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਵਾਹਿਗੁਰੂ ਬਖਸ਼ਿਸ਼ ਕਰਦੇ ਆ ਕਿ ਕਰਦਿਆਂ ਸਿਮਰਨ ਕਈ ਵਾਰੀ ਹੁੰਦਾ ਹੈ ਕਿ ਅਸੀਂ ਸੁੰਨ ਵਿੱਚ ਚਲੇ ਜਾਂਦੇ, ਸਾਡਾ ਮੁੱਖ ਬੋਲਣਾ ਬੰਦ ਕਰ ਦਿੰਦਾ ਅਤੇ ਸਾਨੂੰ ਸਾਡੇ ਸਰੀਰ ਦਾ ਪਤਾ ਨਹੀਂ ਰਹਿੰਦਾ। ਕਰਦਿਆਂ ਸਿਮਰਨ ਸਾਡੀ ਜਿਹੜੀ ਧੌਣ ਆ ਥੱਲੇ ਨੂੰ ਲੱਗ ਜਾਂਦੀ,
ਸਾਡਾ ਪਾਉਣ ਨਾਲ ਸੰਪਰਕ ਟੁੱਟ ਜਾਂਦਾ, ਪਾਉਣ ਦਾ ਸੰਪਰਕ ਸਰੀਰ ਨਾਲ ਰਹਿ ਜਾਂਦਾ, ਅਸੀਂ ਸੁੰਨ ਦੇ ਵਿੱਚ ਪ੍ਰਵੇਸ਼ ਹੋ ਜਾਂਦੇ। ਜਦੋਂ ਸਾਡੀ ਸੁੰਨ ਦੇ ਵਿੱਚ ਇੱਦਾਂ ਸਮਾਧੀ ਲੱਗ ਜਾਂਦੀ ਆ, ਫਿਰ ਸਾਨੂੰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ, ਨਾਮ ਸੁਣਨਾ ਸ਼ੁਰੂ ਹੋ ਜਾਂਦਾ। ਜਦੋਂ ਨਾਮ ਸੁਣਦਾ ਉਦੋਂ ਸਾਡਾ ਅਤਰਲੋਕੀ ਨਾਲੋਂ ਨਾਤਾ ਟੁੱਟਾ ਹੁੰਦਾ। ਜਿਵੇਂ ਹੁਣ ਆਪਾਂ ਸਿਮਰਨ ਕਰੀ ਜਾਂਦੇ, ਕਰਦਿਆਂ ਬਿਲਕੁਲ ਮਨ ਅਤੀਤ ਹੋ ਜਾਂਦਾ, ਵਿਚਾਰਾਂ ਤੋਂ ਸੁਣ ਵਿੱਚ ਚਲਾ ਜਾਂਦਾ। ਉੱਥੇ ਫਿਰ ਸ਼ਬਦ ਦੀ ਪਹਿਚਾਣ ਹੁੰਦੀ। ਜਦੋਂ ਫਿਰ ਸ਼ਬਦ ਨੂੰ ਮਨ ਸੁਣਦਾ, ਫਿਰ ਮਹਾਰਾਜ ਕਹਿੰਦੇ ਜੋਤ ਵਿੱਚ ਜੋਤ ਮਿਲ ਜਾਂਦੀ। ਅਤੇ ਜਦੋਂ ਫਿਰ ਆਪਾਂ ਇਸ ਤਰੀਕੇ ਨਾਲ ਸੁੰਨ ਵਿੱਚ ਬੈਠਣਾ ਹੁੰਦਾ, ਇੱਕ ਤਾਂ ਹੁੰਦਾ ਹੈ ਕਿ ਜਿਹੜਾ ਬਿਲਕੁਲ ਆਪਾਂ ਵਿਚਾਰਾਂ ਤੋਂ ਰਹਿਤ ਹੋ ਗਏ, ਸ਼ਬਦ ਵਿੱਚ ਸਿਮਰਨ ਕਰ ਕਰਕੇ ਇੰਨਾ ਸਮਾ ਗਏ, ਪਾਉਣ ਤੋਂ ਵੱਖ ਹੋ ਗਏ, ਸੁੰਨ ਵਿੱਚ ਚਲੇ ਗਏ। ਇੱਕ ਹੁੰਦਾ ਹੈ ਕਿ ਅਸੀਂ ਮਨ ਨੂੰ ਬੰਨ੍ਹਣਾ ਸੁੰਨ ਦੇ ਵਿੱਚ। ਜਿੱਦਾਂ ਹੁਣ ਆਪਾਂ ਬੈਠੇ ਹਾਂ, ਪਰ ਸਾਨੂੰ ਅਜੇ ਉਦੋਂ ਸਰੀਰ ਦਾ ਪਤਾ ਨਹੀਂ ਹੁੰਦਾ, ਜਦੋਂ ਅਸੀਂ ਬਿਲਕੁਲ ਸੌਂ ਜਾਂਦੇ ਹਾਂ, ਸੁੰਨ ਵਿੱਚ ਚਲੇ ਜਾਂਦੇ ਹਾਂ ਸਿਮਰਨ ਕਰ ਕਰਕੇ। ਉਹ ਉੱਥੋਂ ਫਿਰ ਸਾਡਾ ਜਦੋਂ ਮਨ ਜਾਗਦਾ, ਉੱਥੋਂ ਦਾ ਖੇਲ ਪਰਲੋਕ ਦਾ ਸ਼ੁਰੂ ਹੋ ਜਾਂਦਾ। ਪਰ ਜਦੋਂ ਅਸੀਂ ਇਸ ਤ੍ਰੈ ਗੁਣਾਂ ਦੇ ਵਿੱਚ ਹੁੰਦੇ ਹਾਂ, ਜਿਵੇਂ ਹੁਣ ਮੁੱਖ ਦੁਆਰਾ ਬੋਲਣਾ ਬੰਦ ਕਰ ਦਿੱਤਾ, ਜਿਵੇਂ ਗੁਰਮੁਖ ਕਹਿੰਦੇ ਕਿ ਅੰਤਰਗਤ ਹੋ ਜਾਓ। ਜਦੋਂ ਅੰਤਰਗਤ ਜਾਣਾ, ਕਿਵੇਂ ਫਿਰ ਧਿਆਨ ਲਾ ਕੇ ਬੈਠਣਾ। ਗੁਰੂ ਬਾਣੀ ਦੇ ਵਿੱਚ 2 ਸਿਰੇ ਦੱਸੇ ਆ। ਇੱਕ ਸਿਰਾ ਸਾਡਾ 2 ਨੇਤਰਾਂ ਦੇ ਵਿਚਕਾਰ, ਦੂਜਾ ਨਾਭੀ। ਅਤੇ ਮਹਾਰਾਜ ਕਹਿੰਦੇ ਦੋਹਾਂ ਸਿਰਿਆਂ ਕਾ ਆਪ ਸੁਆਮੀ, ਦੋਹਾਂ ਸਿਰਿਆਂ ਦਾ ਸੁਆਮੀ ਆਪ ਮਾਲਕ ਹੈ ਨਿਰੰਕਾਰ, ਖੇਲੇ ਬਿਕਸੇ ਅੰਤਰਜਾਮੀ। ਇਹ ਜਦੋਂ ਸਾਡੀ ਕਾਇਆ ਦੀ ਖੋਜ ਹੁੰਦੀ, ਇਹਨੂੰ ਭਵ ਸਾਗਰ ਕਿਹਾ, ਜਿਹੜਾ ਇੱਕ ਸਿਰਾ ਨੇਤਰਾਂ ਦੇ ਵਿਚਕਾਰ ਅਤੇ ਦੂਜਾ ਸਾਡੀ ਨਾਭੀ। ਜਦੋਂ ਹੁਣ ਆਪਾਂ ਸਿਮਰਨ ਵੀ ਕਰਦੇ, ਸਾਸ ਗ੍ਰਹਿ ਇਸ ਭਵ ਸਾਗਰ ਨੂੰ ਪਾਰ ਕਰ ਰਹੇ ਹਾਂ, ਵਿਚਾਰਾਂ ਤੋਂ ਰਹਿਤ ਹੋ ਰਹੇ ਹਾਂ। ਜਦੋਂ ਸਵਾਸ ਅੰਦਰ ਜਾਂਦਾ, ਵਾਹ ਹੈ, ਸਵਾਸ ਬਾਹਰ ਆਉਂਦਾ, ਗੁਰੂ। ਇਸ ਭਵ ਸਾਗਰ ਨੂੰ ਅਸੀਂ ਪਾਰ ਕਰਦੇ ਹਾਂ। ਫਿਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਅਜੇ ਸੁੰਨ 'ਚ ਨਹੀਂ ਗਏ, ਆ ਸਰੀਰ ਨੂੰ ਛੱਡਿਆ ਨਹੀਂ, ਅਸੀਂ ਜਦੋਂ ਸਿਮਰਨ ਪਹਿਲਾਂ ਬੈਕਰੀ ਬਾਣੀ 'ਚ ਕੀਤਾ, ਫਿਰ ਮੱਧਮਾ 'ਚ, ਬਸੰਤੀ 'ਚ, ਅਤੇ ਫਿਰ ਅੰਤਰਗਤ ਧਿਆਨ 'ਚ ਬੈਠਣਾ ਹੁੰਦਾ। ਉਸ ਵਕਤ ਇਸ ਤਰੀਕੇ ਨਾਲ ਧਿਆਨ 'ਚ ਬੈਠਣਾ ਹੁੰਦਾ ਹੈ ਕਿ ਸਾਡਾ ਸਰੀਰ 'ਚ ਨਾ ਧਿਆਨ ਆਵੇ। ਜਦੋਂ ਆਪਾਂ ਅਭਿਆਸ ਕਰਦੇ ਹਾਂ ਕਿ ਸਰੀਰ ਤੋਂ ਵੱਖ ਹੋ ਜਾਂਦੇ ਹਾਂ, ਉਹ ਵੱਖਰਾ ਖੇਲ ਹੈ। ਇੱਕ ਅਸੀਂ ਬੈਠ ਕੇ ਜਦੋਂ ਸੁੰਨ ਦੇ ਵਿੱਚ ਧਿਆਨ ਲਾ ਕੇ ਬੈਠਦੇ ਹਾਂ, ਹੌਲੀ ਹੌਲੀ ਇੰਨਾ ਸਾਡਾ ਮਨ ਸੁੰਨ ਵਿੱਚ ਚਲਾ ਜਾਂਦਾ, ਧਿਆਨ ਸਾਡਾ ਲੱਗ ਜਾਂਦਾ, ਉਸ ਵਕਤ ਵੀ ਸਾਨੂੰ ਸਰੀਰ ਦਾ ਨਹੀਂ ਪਤਾ ਰਹਿੰਦਾ। ਉਸ ਵਕਤ ਫਿਰ ਸਾਡਾ ਮਨ ਜਾਗਣਾ ਸ਼ੁਰੂ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਸੁੰਨ ਨਿਰੰਤਰ ਦੀਜੈ ਬੰਦ, ਕਿ ਸੁੰਨ ਦੇ ਵਿੱਚ ਮਨ ਨੂੰ ਬੰਨ੍ਹ ਕੇ ਰੱਖਣਾ ਹੈ। ਉੱਡੇ ਨਾ ਹੰਸਾ ਪੜੇ ਨਾ ਕੰਧ, ਫਿਰ ਨਾ ਇਹ ਹੰਸ ਉੱਡੇਗਾ ਅਤੇ ਨਾ ਹੀ ਦੀਵਾਰ ਖੜ੍ਹੀ ਹੋਏਗੀ ਸਾਡੇ ਅਤੇ ਪਰਮਾਤਮਾ ਦੇ ਵਿੱਚ। ਹੁਣ ਜਦੋਂ ਆਪਾਂ ਸਿਮਰਨ ਕਰਦੇ ਹਾਂ, ਇਹ ਮਨ ਨੂੰ ਹੀ ਰੋਕ ਰਹੇ ਹਾਂ ਵਾਰ-ਵਾਰ ਸਿਮਰਨ ਕਰਕੇ ਅਤੇ ਗੁਰਬਾਣੀ ਦੀ ਵਿਚਾਰ ਕਰਕੇ। ਜਦੋਂ ਆਪਾਂ ਫਿਰ ਇਹ 2 ਤਰੀਕੇ ਗੁਰਬਾਣੀ ਰਾਹੀਂ ਅਪਣਾ ਲੈਂਦੇ ਹਾਂ, ਫਿਰ ਮਹਾਰਾਜ ਨੇ ਆਪਾਂ ਨੂੰ ਇਹ ਵੀ ਦੱਸਿਆ ਕਿ ਜਦੋਂ ਤੁਸੀਂ ਇੱਦਾਂ ਬੈਠਦੇ ਆ, ਫਿਰ ਸੁੰਨ ਦੇ ਵਿੱਚ ਧਿਆਨ ਲਾ ਕੇ ਬੈਠਣਾ ਹੁੰਦਾ। ਕਈ ਵਾਰੀ ਹੁੰਦਾ ਕਿ ਨੇਤਰਾਂ ਦੇ ਵਿਚਕਾਰ ਨਹੀਂ ਧਿਆਨ ਲੱਗਦਾ, ਕਿਉਂਕਿ ਇੱਥੇ ਸੁਖਮਨਾ ਸਾਡੀ ਸੁੰਗੜਿਆ ਰਸਤਾ ਹੈ, ਇੱਥੇ ਸੁਖਮਨਾ ਬੰਦ ਹੋ ਜਾਂਦੀ ਹੈ। ਅਤੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਕਿ ਇੰਨਾ ਸੁੰਗੜਿਆ ਰਸਤਾ ਆ ਕਿ ਜਿਹੜਾ ਸਰੋਂ ਦਾ ਦਾਣਾ ਹੁੰਦਾ, ਉਹਦਾ 10ਵਾਂ ਹਿੱਸਾ ਇੰਨਾ ਬਰੀਕ ਰਸਤਾ ਹੈ, ਜਿੱਥੋਂ ਦੀ ਸਾਡੇ ਮਨ ਨੇ ਜਾਣਾ। ਅਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਕਬੀਰ ਮੁਕਤ ਦੁਆਰਾ ਸੌਂਕੜਾ, ਰਾਈ ਦਸਵੇਂ ਪਾਏ, ਮਨ ਤੋਂ ਮੈਂਗਲ ਹੋਈ ਰਹੋ ਨਿਕਸਿਓ ਕੋ ਕਰ ਜਾਏ। ਕਿ ਸਾਡਾ ਮਨ ਜਿਹੜਾ ਹਾਥੀ ਬਣਿਆ ਹੋਇਆ ਹੈ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਤਾਂ ਕਰਕੇ ਅਸੀਂ ਲੰਘਦੇ ਨਹੀਂ। ਪਰ ਉਸ ਰਸਤੇ ਤਾਂ ਨਹੀਂ ਲੰਘਿਆ ਵੀ ਜਾ ਸਕਦਾ ਹੈ। ਭਗਤ ਕਬੀਰ ਜੀ ਕਹਿੰਦੇ ਕਬੀਰ ਐਸਾ ਸਤਿਗੁਰ ਜੇ ਮਿਲੇ, ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਅਸੀਂ ਸਹਿਜ ਸੁਭਾਈ ਉਹਦੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਆਉਣਾ ਜਾਣਾ ਸਾਡਾ ਬਣ ਜਾਂਦਾ। ਜਦੋਂ ਇੱਕ ਵਾਰੀ ਦਰ ਖੁੱਲ੍ਹ ਜਾਂਦਾ ਹੈ, ਇਹ ਦਰ ਨੂੰ ਅਸੀਂ ਖੋਲ੍ਹਣਾ ਹੁੰਦਾ। ਹੁਣ ਇੱਕ ਤਾਂ ਸਹਿਜ ਸੁਭਾਈ ਦਰ ਖੁੱਲ੍ਹ ਜਾਂਦਾ ਜਦੋਂ ਅਸੀਂ ਸੁੰਨ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਸੁੰਨ ਦੇ ਰਸਤੇ ਰਾਹੀਂ ਜਾਂਦੇ ਹਾਂ। ਦੂਜਾ ਹੈ ਕਿ ਜਦੋਂ ਹੁਣ ਆਪਾਂ ਬੈਠੇ ਹਾਂ, ਇੰਨਾ ਸਿਮਰਨ ਅਭਿਆਸ ਕਰਨ ਦਾ ਕਿ ਬਿਲਕੁਲ ਅਫੁਰ ਹੋ ਜਾਈਏ, ਕਿ ਜਦੋਂ ਅਸੀਂ ਧਿਆਨ ਦੀ ਅਵਸਥਾ ਵਿੱਚ ਜਾਣਾ, ਕੋਈ ਫੁਰਨਾ ਨਾ ਆਵੇ। ਕਿਉਂਕਿ ਜੇ ਉੱਥੇ ਮਾਮੂਲੀ ਜਿਹਾ ਵੀ ਫੁਰਨਾ ਆ ਜਾਂਦਾ, ਫਿਰ ਅਸੀਂ ਧਿਆਨ 'ਚੋਂ ਵਾਪਸ ਆ ਜਾਂਦੇ। ਉੱਥੇ ਫਿਰ ਆਪਾਂ ਨੂੰ ਸੁੰਨ 'ਚ ਬੰਨ੍ਹਣ ਦੀ ਵਿਧੀ ਦੱਸੀ ਮਹਾਰਾਜ ਨੇ, ਕਿ ਸੁੰਨ 'ਚ ਇੱਦਾਂ ਲਗਾਤਾਰ ਤੁਸੀਂ ਧਿਆਨ ਲਾ ਕੇ ਬੈਠਣਾ। ਜੇ ਕਿਸੇ ਦਾ ਇੱਥੇ ਧਿਆਨ ਨਹੀਂ ਲੱਗਦਾ, ਉੱਦਾਂ ਤਾਂ ਆਪਾਂ ਜਦੋਂ ਰਿਲੈਕਸ ਕਰਕੇ ਗਿਆਨ ਇੰਦਰੀਆਂ ਨੂੰ ਧਿਆਨ ਲਾਉਂਦੇ ਹਾਂ, ਫਿਰ ਸਹਿਜ ਸੁਭਾਈ ਸਾਡਾ ਧਿਆਨ ਟਿਕ ਜਾਂਦਾ। ਅਤੇ ਜੇ ਧਿਆਨ ਇੱਥੇ ਨਹੀਂ ਲੱਗਦਾ, ਫਿਰ ਨਾਭੀ ਦਾ ਰਸਤਾ ਮਹਾਰਾਜ ਨੇ ਦੱਸਿਆ, ਨਾਭ ਪਵਨ ਕਰ ਆਸਨ ਵੈਸੇ ਗੁਰਮੁਖ ਕੋਜ ਤਤ ਲਹੇ। ਫਿਰ ਜਦੋਂ ਆਪਾਂ ਇਸ ਤਰੀਕੇ ਨਾਲ ਜਾਂਦੇ ਹਾਂ, ਫਿਰ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਕਿ ਸੁੰਨ ਦੇ ਵਿੱਚ ਫਿਰ ਕੀ ਆ। ਜਦੋਂ ਅਸੀਂ ਪ੍ਰਵੇਸ਼ ਹੋ ਜਾਂਦੇ ਹਾਂ, ਸੁੰਨ 'ਚ ਬੰਨ੍ਹ ਲੈਂਦੇ ਮਨ ਨੂੰ, ਫਿਰ ਮਹਾਰਾਜ ਕਹਿੰਦੇ ਸੁੰਨ ਮੰਡਲ ਮੈਂ ਕਰ ਪ੍ਰਗਾਸ, ਕਿ ਜਦੋਂ ਇਸ ਤਰੀਕੇ ਨਾਲ ਆਪਣਾ ਜਿਹੜਾ ਦਰ ਖੁੱਲ੍ਹ ਜਾਂਦਾ, ਫਿਰ ਮਹਾਰਾਜ ਕਹਿੰਦੇ ਪ੍ਰਕਾਸ਼ ਆ।
ਸੁਨ ਮੰਡਲ ਮੈਂ ਕਰ ਪ੍ਰਗਾਸ, ਊਹਾਂ ਸੂਰਜ ਨਾਹੀ ਚੰਦ, ਆਦ ਨਰੰਜਨ ਕਰੇ ਆਨੰਦ। ਕਹਿੰਦੇ ਜਦੋਂ ਫਿਰ ਆਪਾਂ ਹੁਣ ਸੁਨ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਉੱਥੇ ਪ੍ਰਕਾਸ਼ ਆ, ਜਦੋਂ ਸਾਡਾ ਇਹ ਦਰ ਸੁਖਮਨਾ ਖੁੱਲ੍ਹ ਜਾਂਦੀ, ਜੋ ਸਤਿਗੁਰੂ ਸਾਨੂੰ ਸੋਝੀ ਦੇ ਰਹੇ ਆ, ਜੋ ਭਗਤ ਕਬੀਰ ਜੀ ਨੇ ਦੱਸਿਆ ਹੈ ਕਿ ਇਹ ਮੁਕਤ ਦੁਆਰਾ ਮੋਕਲਾ ਸਹਿਜੇ ਆ ਜਾਓ। ਸਹਿਜ ਸੁਭਾਈ ਤੁਸੀਂ ਇੰਨਾ ਜਿਹੜਾ ਬਰੀਕ ਰਸਤਾ ਹੈ ਤੁਸੀਂ ਉਹਦੇ ਵਿੱਚੋਂ ਲੰਘ ਸਕਦੇ ਆ ਜੇ ਸਤਿਗੁਰੂ ਦੁਆਰਾ ਸਾਨੂੰ ਇਹ ਸਾਰੀ ਸੋਝੀ ਆ ਜਾਏ। ਹੁਣ ਜਿਹੜਾ ਆਪਾਂ ਵੀ ਅਭਿਆਸ ਕਰ ਰਹੇ ਹਾਂ, ਅਸੀਂ ਵੀ ਸੋਝੀ ਲੈ ਰਹੇ ਹਾਂ ਵਾਰ-ਵਾਰ ਕਿ ਅਸੀਂ ਉਸ ਦਰ ਦੇ ਵਿੱਚ ਕਿਵੇਂ, ਘਰ ਦੇ ਵਿੱਚ ਕਿਵੇਂ ਜਾਣਾ ਜਿੱਥੇ ਮਾਲਕ ਪ੍ਰਮਾਤਮਾ ਨਾਲ ਮਿਲਾਪ ਕਰਨਾ। ਫਿਰ ਕਹਿੰਦੇ ਜਦੋਂ ਸੁਨ ਮੰਡਲ ਵਿੱਚ ਪ੍ਰਮਾਤਮਾ ਦਾ ਹੀ ਪ੍ਰਕਾਸ਼ ਆ, ਨਾ ਉੱਥੇ ਸੂਰਜ ਆ ਨਾ ਉੱਥੇ ਚੰਦਰਮਾ ਹੈ, ਉੱਥੇ ਮਾਲਕ ਆਦ ਨਿਰੰਜਨ ਜਿਹੜਾ ਸ਼ੁਰੂ ਤੋਂ ਪ੍ਰਮਾਤਮਾ ਆ, ਨਿਰੰਜਨ ਕਹਿੰਦੇ ਜੋ ਮਾਇਆ ਤੋਂ ਰਹਿਤ ਆ, ਉਹੀ ਉੱਥੇ ਵਸ ਰਿਹਾ ਹੈ ਮਾਲਕ। ਅਤੇ ਅਸੀਂ ਕੀ ਕਰਨਾ, ਮਹਾਰਾਜ ਕਹਿੰਦੇ ਜੋ ਸੋ ਬ੍ਰਹਿਮੰਡ ਪਿੰਡ ਸੁਜਾਨ, ਮਾਨ ਸਰੋਵਰ ਕਰ ਇਸ਼ਨਾਨ। ਅਸੀਂ ਵੀ ਉੱਥੇ ਪਹੁੰਚਣਾ ਹੁੰਦਾ, ਮਾਲਕ ਦੇ ਸਨਮੁਖ ਹੋਣਾ ਹੁੰਦਾ, ਮਾਲਕ ਨਾਲ ਮਿਲਾਪ ਕਰਨਾ ਹੁੰਦਾ। ਫਿਰ ਮਹਾਰਾਜ ਕਹਿੰਦੇ ਜਿਹੜਾ ਬ੍ਰਹਿਮੰਡ ਵਿੱਚ ਆ ਉਹੀ ਸਾਡੇ ਸਰੀਰ ਦੇ ਵਿੱਚ ਆ। ਜਦੋਂ ਹੁਣ ਅਸੀਂ ਮਾਲਕ ਨੂੰ ਬਾਹਰ ਦੇਖਦੇ ਹਾਂ, ਕਿਉਂਕਿ ਮਹਾਰਾਜ ਕਹਿੰਦੇ ਸਵਾਸ ਦੇ ਕੇ ਸਾਨੂੰ ਜਿੰਦਾ ਰੱਖ ਰਿਹਾ, ਦੂਰ ਨਹੀਂ, ਮਾਲਕ ਹਰ ਵਕਤ ਸਾਡੇ ਸਾਹਮਣੇ ਆ, ਲੇਕਿਨ ਕਾਲ ਦਾ ਪਰਦਾ ਹੋਣ ਕਰਕੇ ਅਸੀਂ ਦੇਖ ਨਹੀਂ ਰਹੇ। ਪਰ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਹਾਂ, ਪਰਦਾ ਲੱਥਦਾ ਜਾਂਦਾ, ਗੁਰੂ ਦੀ ਸ਼ਰਨ ਵਿੱਚ ਜਾ ਕੇ ਭੇਦ ਆ ਜਾਂਦਾ। ਫਿਰ ਕੀ ਹੁੰਦਾ ਹੈ ਕਿ ਮਾਲਕ ਸਾਨੂੰ ਸਨਮੁਖ ਦਿਸਦਾ। ਫਿਰ ਇਸੇ ਤਰੀਕੇ ਨਾਲ ਅਸੀਂ ਅੰਦਰ ਦੇਖਣਾ ਹੁੰਦਾ। ਮਹਾਰਾਜ ਕਹਿੰਦੇ ਅੰਤਰ ਬਾਹਰ ਏਕੋ ਜਾਨੋ, ਤਾਂ ਹਰ ਨਾਮ ਲੱਗੇ ਪਿਆਰੋ, ਸੁਖਮਨਾ ਈੜਾ ਪਿੰਗਲਾ ਬੁੱਝੇ, ਜਾਂ ਆਪੇ ਅਲਖ ਲਖਾਏ, ਨਾਨਕ ਤਹਾਂ ਤੇ ਉੱਪਰ ਸੱਚਾ ਸਤਿਗੁਰ ਸ਼ਬਦ ਸਮਾਏ। ਫਿਰ ਮਹਾਰਾਜ ਨੇ ਆਪਾਂ ਨੂੰ ਭੇਦ ਦਿੱਤਾ, ਕਹਿੰਦੇ ਕਿ ਜਦੋਂ ਤੁਸੀਂ ਇੱਦਾਂ ਜਾਣਾ ਹੈ ਆਪਣੇ ਘਰ ਨੂੰ, ਕਿ ਈੜਾ ਪਿੰਗਲਾ ਸੁਖਮਨਾ ਹੈ, ਤਿੰਨ ਇੱਕ ਜਗ੍ਹਾ 'ਤੇ ਵਸਦੀਆਂ, ਇਹਨਾਂ ਤੋਂ ਉੱਪਰ ਸੱਚਾ ਸਤਿਗੁਰ ਹੈ। ਇਹ ਜਿਹੜਾ ਈੜਾ ਪਿੰਗਲਾ ਸੁਖਮਨਾ ਹੈ, ਇਹ ਨਾੜੀਆਂ ਦੇ ਨਾਂ ਆ, ਗੁਰਬਾਣੀ 'ਚ ਆਪਾਂ ਨੂੰ ਦੱਸੇ ਜਿੱਥੇ ਨਾੜੀਆਂ ਦੇ ਨਾਂ ਉਹਦੇ ਮਹਾਰਾਜ ਕਹਿੰਦੇ ਇਹਨਾਂ ਤੋਂ ਉੱਪਰ ਆ, ਈੜਾ ਪਿੰਗਲਾ ਔਰ ਸੁਖਮਨਾ ਇਹਨਾਂ ਤੋਂ ਉੱਪਰ ਆ ਸੱਚਾ ਸਤਿਗੁਰ ਸ਼ਬਦ ਵਿੱਚ ਸਮਾਇਆ ਹੋਇਆ। ਇਹਦਾ ਮਤਲਬ ਕਿ ਜਦੋਂ ਆਪਾਂ ਆ ਪਿੰਡ ਕਿਹਾ ਸਾਡੇ ਸਰੀਰ ਨੂੰ, ਜਦੋਂ ਅਸੀਂ ਸਰੀਰ ਦੇ ਵਿੱਚ ਵਿਚਰਦੇ ਹਾਂ, ਕਿਵੇਂ ਅਸੀਂ ਮਾਲਕ ਨਾਲ ਮਿਲਾਪ ਕਰਨਾ। ਬ੍ਰਹਿਮੰਡ 'ਚ ਤਾਂ ਨਿਰਗੁਣ ਆ, ਸਾਰੇ ਚਾਰੇ ਸਫੇਰੇ ਸਾਡਾ ਤਨ ਉਹਦੇ ਵਿੱਚ ਆ, ਪਰ ਜਦੋਂ ਅਸੀਂ ਅੰਤਰਗਤ ਅੰਤਰਮੁਖੀ ਹੋਣਾ, ਇਹ ਹੈਗਾ ਬਾਹਰਮੁਖੀ ਅਸੀਂ ਦੇਖ ਰਹੇ ਹਾਂ, ਫਿਰ ਅਸੀਂ ਅੰਤਰਮੁਖੀ ਹੋਣਾ ਕਿ ਜਿੱਥੇ ਮਾਲਕ ਨੂੰ ਜਾ ਕੇ ਮਿਲਣਾ। ਉਹ ਫਿਰ ਆਪਾਂ ਨੂੰ ਮਹਾਰਾਜ ਨੇ ਕਿਹਾ ਸੁਨ ਮੰਡਲ ਵਿੱਚ, ਉੱਥੇ ਹੋਣਾ ਸੰਸਾਰ 'ਚ ਅਸੀਂ ਵੇਖਦੇ ਚੰਦ ਸੂਰਜ ਆ। ਜਦੋਂ ਫਿਰ ਅਸੀਂ ਘਰ ਚਲੇ ਜਾਂਦੇ ਉੱਥੇ ਮਹਾਰਾਜ ਕਹਿੰਦੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਨਾ ਚੰਦ ਆ ਨਾ ਸੂਰਜ ਆ। ਅਤੇ ਮਹਾਰਾਜ ਕਹਿੰਦੇ ਸੋ ਬ੍ਰਹਿਮੰਡ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਉਹੀ ਸਾਡੇ ਸਰੀਰ 'ਚ ਵੀ ਆ। ਫਿਰ ਉਹ ਆਪਾਂ ਨੂੰ ਦੱਸਿਆ ਕਿ ਚੰਦ ਸੂਰਜ ਆ, ਜਿੱਥੇ ਮਾਲਕ ਆ ਉੱਥੇ ਚੰਦ ਸੂਰਜ ਨਹੀਂ, ਪਰ ਜਿਹੜੇ ਸਾਡਾ ਸਰੀਰ ਆ ਜਿਹਦੀ ਬਣਤਰ ਬਣਾਈ ਹੋਈ ਆ, ਜਿਹਦੇ ਵਿੱਚ ਰਹਿ ਕੇ ਅਸੀਂ ਮਾਲਕ ਨੂੰ ਮਿਲਣਾ, ਉਹ ਫਿਰ ਦੱਸਿਆ ਸਾਡੇ ਦੋਨਾਂ ਨੇਤਰਾਂ ਨੂੰ ਚੰਦ ਸੂਰਜ ਕਿਹਾ। ਫਿਰ ਬ੍ਰਹਮ ਜੋਤ ਰੱਖੀ, ਉਹ ਫਿਰ ਸਾਰਾ ਸਾਨੂੰ ਗੁਰਬਾਣੀ ਰਾਹੀਂ ਭੇਦ ਦਿੱਤਾ ਹੈ ਕਿ ਜਿੱਥੇ ਫਿਰ ਮਾਲਕ ਨੂੰ ਮਿਲ ਲੈਂਦੇ ਉੱਥੇ ਚੰਦ ਸੂਰਜ ਦੀ ਜਿਹੜੀ ਲਾਈਟ ਉਹ ਖਤਮ ਹੋ ਜਾਂਦੀ, ਫਿਰ ਪ੍ਰਕਾਸ਼ ਮਾਲਕ ਹੀ ਹੁੰਦਾ। ਸੋ ਫਿਰ ਮਾਰੇ ਕਹਿੰਦੇ ਮਾਨ ਸਰੋਵਰ ਕਰ ਇਸ਼ਨਾਨ। ਜਿਹੜੇ ਫਿਰ ਸੁਨ ਮੰਡਲ ਵਿੱਚ ਜੀਵ ਜਾਂਦੇ ਆ ਉਹਨਾਂ ਨੂੰ ਹੰਸ ਕਿਹਾ ਆ। ਜਦੋਂ ਸੁਣਨ ਅੰਤਰ ਜਦੋਂ ਅਸੀਂ ਬੰਨ੍ਹ ਦਿੰਦੇ ਹਾਂ ਮਨ ਨੂੰ, ਉੱਡੇ ਨਾ ਹੰਸਾ, ਹੰਸ ਸਾਡੇ ਮਨ ਨੂੰ ਕਿਹਾ ਆ। ਜਦੋਂ ਇਹ ਮਾਲਕ ਨਾਲ ਮਿਲਾਪ ਕਰ ਲੈਂਦਾ, ਇਹਨੂੰ ਪਰਮ ਹੰਸ ਵੀ ਕਿਹਾ। ਅਤੇ ਮਾਨ ਸਰੋਵਰ 'ਚ ਹੰਸ ਵੱਸਦੇ ਆ, ਅਤੇ ਜਿਹੜੇ ਫਿਰ ਮਨ ਸੁਨ ਮੰਡਲ ਵਿੱਚ ਪ੍ਰਵੇਸ਼ ਹੋ ਜਾਂਦੇ ਆ, ਮਾਲਕ ਦੇ ਸਨਮੁਖ ਹੋ ਜਾਂਦੇ, ਉੱਥੇ ਮਾਨ ਸਰੋਵਰ ਉਹਨੂੰ ਕਿਹਾ। ਉੱਥੇ ਫਿਰ ਇਸ਼ਨਾਨ ਕਰਦੇ ਆ, ਫਿਰ ਮਾਲਕ ਨਾਲ ਆਨੰਦ ਵਿੱਚ ਰਹਿੰਦੇ। ਇਹ ਫਿਰ ਗੁਰਬਾਣੀ 'ਚ ਆਪਾਂ ਨੂੰ ਭੇਦ ਦਿੱਤਾ ਕਿ ਜਦੋਂ ਸੁਨ ਵਿੱਚ ਸਮਾਧੀ ਲਾਵਾਂਗੇ ਫਿਰ ਸਾਡੀ ਜੋਤ ਵਿੱਚ ਜੋਤ ਮਿਲ ਜੇਗੀ। ਜਿਹਨੂੰ ਮਾਰੇ ਕਹਿੰਦੇ ਸਹਿਜ ਗੁਫਾ ਮੈਂ ਆਸਨ ਬੰਧਿਆ, ਜੋਤ ਸਰੂਪ ਅਨਾਹਦ ਵਾਜਿਆ, ਕਿ ਉੱਥੇ ਫਿਰ ਅਨਾਹਦ ਸ਼ਬਦ ਵੀ ਆ, ਉਹ ਫਿਰ ਆਪਾਂ ਨੂੰ ਗੁਰਬਾਣੀ ਰਾਹੀਂ ਸਾਰਾ ਭੇਦ ਦਿੱਤਾ। ਅਤੇ ਤ੍ਰੈ ਗੁਣਾਂ ਦੇ ਵਿੱਚ ਜੇ ਅਸੀਂ ਵਿਚਰਦੇ ਫਿਰ ਇੱਥੋਂ ਦਾ ਆਪਾਂ ਨੂੰ ਭੇਦ ਦਿੱਤਾ। ਇਹ ਤਾਂ ਪ੍ਰੈਕਟੀਕਲੀ ਜਿਹੜਾ ਮਾਲਕ ਨਾਲ ਮਿਲਾਪ ਦਾ ਰਸਤਾ ਸਾਨੂੰ ਦੱਸਿਆ ਕਿ ਕਿਵੇਂ ਮਾਲਕ ਕਿੱਥੇ ਬੈਠਾ, ਕਿਵੇਂ ਉਹਨੂੰ ਮਿਲਣਾ, ਕਿਵੇਂ ਸਾਡੇ ਮਨ ਨੇ ਵਿਚਾਰਾਂ ਤੋਂ ਰਹਿਤ ਹੋ ਕੇ ਕਿਵੇਂ ਉਹ ਸੂੰਕੜਾ ਰਸਤਾ ਆ, ਅਤੇ ਕਿਵੇਂ ਦਸਵੇਂ ਦੇ ਵਿੱਚ ਫਿਰ ਪ੍ਰਵੇਸ਼ ਹੋਣਾ ਆ ਅਸੀਂ ਨੌ ਦਰ ਤੋਂ ਉੱਪਰ ਉੱਠ ਕੇ। ਇਹ ਸਾਰਾ ਖੇਲ ਸਾਨੂੰ ਗੁਰਬਾਣੀ ਸਮਝਾਇਆ ਹੈ। ਫਿਰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਜਦੋਂ ਅਸੀਂ ਫਿਰ ਸ਼ਬਦ ਦੀ ਵਿਚਾਰ ਕਰਦੇ ਹਾਂ ਫਿਰ ਸਾਨੂੰ ਆਨੰਦ ਆਉਂਦਾ, ਕਿਉਂਕਿ ਵਿਛੜਨ ਤੋਂ ਮਿਲਾਪ ਦਾ ਰਸਤਾ, ਕਿਉਂਕਿ ਸਾਡੀ ਸਾਰਿਆਂ ਦੀ ਕਹਾਣੀ ਹੈ।
ਜਿਹੜੇ ਸਾਡੇ ਆ ਸਰੀਰ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੇ, ਇਹਦੇ ਵਿੱਚ ਜਿਹੜਾ ਮਨ ਆ ਉਹ ਮਨ ਦੀ ਸਾਰਿਆਂ ਦੀ ਕਹਾਣੀ ਹੈ। ਸਾਰਿਆਂ ਦੇ ਅੰਦਰ ਮਨ ਆ। ਕੋਈ ਕਹਿੰਦਾ ਅਸੀਂ ਮਨ ਤੋਂ ਬਹੁਤ ਦੁਖੀ ਹਾਂ, ਮਨ ਬੜਾ ਅਸ਼ਾਂਤ ਆ, ਅਤੇ ਜਦੋਂ ਆਪਾਂ ਗੁਰਬਾਣੀ ਰਾਹੀਂ ਭੇਦ ਲੈਂਦੇ ਮਹਾਰਾਜ ਕਹਿੰਦੇ ਮਨ ਸੁਖੀ ਹੋ ਸਕਦਾ, ਮਨ ਆਨੰਦ ਵਿੱਚ ਜਾ ਸਕਦਾ। ਇੱਕ ਆਪਾਂ ਸਿਮਰਨ ਕਰਦੇ ਹਾਂ, ਜਦੋਂ ਸਿਮਰਨ ਕਰਕੇ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਵਿਚਾਰਾਂ 'ਚ ਦੁੱਖ ਅਤੇ ਸੁੱਖ ਆ। ਕਦੇ ਅਸੀਂ ਵਿਚਾਰ ਲਈ ਜਾਂਦੇ ਹਾਂ ਫਿਊਚਰ ਦੇ ਕਿ ਇੱਦਾਂ ਕਿਵੇਂ ਹੋਏਗਾ, ਅਸੀਂ ਆਹ ਨਾ ਕੀਤਾ ਅਤੇ ਐਂ ਕਿਵੇਂ ਹੋਏਗਾ, ਉਹ ਵਿਚਾਰ ਦੁਖੀ ਕਰਨ ਲੱਗ ਪੈਂਦੇ। ਕਈ ਵਾਰੀ ਪਾਸਟ ਦੇਖਣ ਲੱਗ ਪੈਂਦੇ, ਕਈ ਮਾੜੇ ਕੰਮ ਕੀਤੇ ਆ, ਇੱਦਾਂ ਹੋਇਆ। ਅਤੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਕਿ ਸੁੱਖ ਦੁੱਖ ਦੋ ਕੱਪੜੇ ਆ ਜਿਹੜੇ ਨਾਲ ਚੱਲਦੇ ਆ ਸਾਡੇ। ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਜਿਹੜਾ ਮਨ ਦਾ ਸੁੱਖ ਆ ਉਹ ਆਪਣੇ ਜਦੋਂ ਘਰ ਜਾਏਗਾ, ਜਿਹੜਾ ਸਰੀਰ ਦੇ ਵਿੱਚ ਸਾਡੇ ਮਨ ਵਾਸਤੇ ਘਰ ਬਣਾਇਆ, ਜਿਹਨੂੰ ਮਹਾਰਾਜ ਕਹਿੰਦੇ ਨਿਜ ਮੰਦਰ ਭਰੀਆ ਤਹਿ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ, ਕਿ ਜਿੱਥੇ ਆਨੰਦ ਆਉਣਾ। ਆਨੰਦ ਲੈਣ ਦਾ ਸਾਨੂੰ ਤਰੀਕਾ ਦੱਸਿਆ ਮਹਾਰਾਜ ਨੇ ਗੁਰਬਾਣੀ 'ਚ, ਕਿ ਤੁਸੀਂ ਸਿਮਰਨ ਕਰਕੇ ਆਨੰਦ ਲੈ ਸਕਦੇ ਆ, ਤੁਸੀਂ ਆਪਣੇ ਘਰ ਵਿੱਚ ਬੈਠ ਕੇ ਆਨੰਦ ਲੈ ਸਕਦੇ ਆ। ਫਿਰ ਗੁਰੂ ਸਾਹਿਬ ਕਹਿੰਦੇ ਜਦੋਂ ਸ਼ਬਦ ਦੀ ਵਿਚਾਰ ਕਰਦੇ ਆ ਉਦੋਂ ਵੀ ਆਨੰਦ ਆਉਂਦਾ। ਇੱਕ ਜਣਾ ਕਰਦੇ ਆ, ਦੂਜੇ ਬੈਠ ਕੇ ਅਸੀਂ ਸੁਣਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਮਹਾਂ ਆਨੰਦ ਗੁਰ ਸ਼ਬਦ ਵਿਚਾਰ, ਕਿ ਜਦੋਂ ਸਿਰਫ ਅਸੀਂ ਮਾਲਕ ਦੀ ਉਸਤਤ ਕਰ ਰਹੇ ਹਾਂ, ਮਾਲਕ ਦੀ ਉਸਤਤ ਸੁਣ ਰਹੇ ਹਾਂ, ਆਪਣੇ ਘਰ ਨੂੰ ਰਸਤਾ ਜਾਣ ਲਈ ਵਿਚਾਰ ਸੁਣ ਰਹੇ ਹਾਂ, ਫਿਰ ਮਹਾਰਾਜ ਕਹਿੰਦੇ ਕਿ ਉਹ ਮਹਾਂ ਆਨੰਦ ਆਉਂਦਾ। ਕਿਉਂਕਿ ਜਿਹੜੇ ਅਸੀਂ ਸ਼ਬਦ ਦੀ ਵਿਚਾਰ ਵੀ ਕਰਦੇ ਹਾਂ, ਇੱਕ ਜਣਾ ਕਰਦਾ ਦੂਜੇ ਬੈਠ ਕੇ ਸੁਣਦੇ ਹਾਂ, ਸਾਡਾ ਮਨ ਅਤੇ ਤਨ ਧੋਤੇ ਜਾਂਦੇ, ਜਿਹਨੂੰ ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ ਮਨ ਤਨ ਧੋਵੈ ਸ਼ਬਦ ਵਿਚਾਰੀ। ਅਤੇ ਜਦੋਂ ਫਿਰ ਮਨ ਨੂੰ ਸ਼ਬਦ ਦੀ ਵਿਚਾਰ ਕਰਦੇ ਹਾਂ ਫਿਰ ਆਨੰਦ ਆਉਂਦਾ, ਕਿਉਂਕਿ ਸਾਨੂੰ ਰਸਤਾ ਮਿਲਦਾ ਜਾਂਦਾ ਕਿ ਅਸੀਂ ਕਿਵੇਂ ਮਾਲਕ ਨੂੰ ਮਿਲਣਾ। ਫਿਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਆ ਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਮਿਲਣਾ ਤਾਂ ਕੀ ਤਿਆਗਣਾ। ਕਹਿੰਦੇ ਕਿ ਅਸੀਂ ਪ੍ਰੇਮ ਰਸ ਦੁਆਰਾ ਮਾਲਕ ਨੂੰ ਪਾਇਆ, ਅਤੇ ਕਹਿੰਦੇ ਕੀ ਤਿਆਗੀ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਜਿਹੜੀ ਸਾਡੀ ਹਉਮੈ ਦੇ ਨਾਲ ਪ੍ਰੀਤ ਆ ਉਹ ਅਸੀਂ ਤਿਆਗਣਾ ਹੀ। ਦੁਤੀਆ ਤਿਆਗੀ ਲੋਗਾ ਰੀਤ, ਕਿ ਜਿਹੜਾ ਲੋਕ ਲੱਜਾ ਦੇ ਵਿੱਚ ਆ ਕੇ ਅਸੀਂ ਸਿਮਰਨ ਭਗਤੀ ਨਹੀਂ ਕਰਦੇ, ਜਦੋਂ ਉਹ ਤਿਆਗ ਦਿੰਦੇ ਹਾਂ ਫਿਰ ਆਂਦੇ ਤ੍ਰੈ ਗੁਣ ਤਿਆਗ। ਹੁਣ ਜਦੋਂ ਆਪਾਂ ਸਿਮਰਨ ਕਰਨਾ ਆ, ਜਿਵੇਂ ਹੁਣ ਆਪਾਂ ਬੈਠ ਕੇ ਕਰਦੇ ਹਾਂ ਰਾਤ ਨੂੰ ਜਾਂ ਸਵੇਰੇ ਉੱਠ ਕੇ, ਜਿਹੜੀ ਭਗਤੀ ਦਾ ਟਾਈਮ ਅਸੀਂ ਕੱਢਦੇ ਹਾਂ ਉਹਦੇ ਵਿੱਚ ਤ੍ਰੈ ਗੁਣਾਂ ਤੋਂ ਅਤੀਤ ਹੋਣਾ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਦੁਸ਼ਮਣ ਵੀ ਮਿੱਤਰ ਬਣਾਏ। ਫਿਰ ਕਹਿੰਦੇ ਇਸ ਤਰੀਕੇ ਨਾਲ ਅਸੀਂ ਸਹਿਜ ਗੁਫਾ ਵਿੱਚ ਪਹੁੰਚੇ। ਅਤੇ ਆਪਾਂ ਨੂੰ ਫਿਰ ਗੁਰਬਾਣੀ ਵਿੱਚ ਦੱਸਿਆ ਆ, ਇਹ ਤਾਂ ਪ੍ਰੈਕਟੀਕਲ ਹੋ ਗਿਆ ਕਿ ਕਿਵੇਂ ਅਸੀਂ ਆਨੰਦ ਵਿੱਚ ਵਿਚਰਨਾ। ਫਿਰ ਜਿਹੜੇ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਮਹਾਰਾਜ ਸਾਨੂੰ ਉਹ ਵੀ ਸਮਝਾਉਂਦੇ ਆ ਕਿ ਕੀ ਅਸੀਂ ਛੱਡਣਾ, ਜਿਹਦੇ ਕਰਕੇ ਰੁਕਾਵਟ ਪੈਂਦੀ ਸਾਡੇ ਰਸਤੇ 'ਚ, ਕਿ ਅਸੀਂ ਮਾਲਕ ਨੂੰ ਨਹੀਂ ਮਿਲ ਰਹੇ। ਫਿਰ ਆਪਾਂ ਨੂੰ ਹਉਮੈ ਨਾਲ ਪ੍ਰੀਤ ਛੱਡਣੀ ਦੱਸੀ ਆ, ਨਿੰਦਾ ਛੱਡਣੀ ਦੱਸੀ ਆ, ਦੁਬਦਾ ਛੱਡਣੀ ਦੱਸੀ ਆ, ਤ੍ਰੈ ਗੁਣਾਂ ਤੋਂ ਅਤੀਤ ਹੋਣਾ ਦੱਸਿਆ ਆ। ਅਤੇ ਜਦੋਂ ਮਾੜਾ ਜਿਹਾ ਵੀ ਤ੍ਰੈ ਗੁਣਾਂ ਦਾ ਫੁਰਨਾ ਆ ਜਾਂਦਾ ਉਸੇ ਵੇਲੇ ਅਸੀਂ ਥੱਲੇ ਡਿੱਗ ਜਾਂਦੇ ਹਾਂ, ਵਿਚਾਰਾਂ ਦੇ ਵਿੱਚ ਸੰਸਾਰ ਦੇ ਵਿੱਚ ਆ ਜਾਂਦੇ, ਜਦੋਂ ਅਸੀਂ ਧਿਆਨ 'ਚ ਵੀ ਬੈਠੇ ਹੁੰਦੇ। ਤਾਂ ਜੋ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਵਿਚਰੋ, ਸੰਕੋਚ ਕੇ ਰੱਖੋ ਆਪਣੇ ਆਪ ਨੂੰ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਦੱਸਿਆ ਆ ਕਿ ਸੁਰਤ ਸ਼ਬਦ ਦੁਆਰਾ ਕਿਵੇਂ ਭਾਵ ਸਾਗਰ ਨੂੰ ਪਾਰ ਹੋਣਾ ਹੈ। ਕਹਿੰਦੇ ਜੈਸੇ ਜਲ ਮੇ ਕਮਲ ਨਿਰਾਲਮ ਮ੍ਰਿਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ, ਕਿ ਸੁਰਤ ਸ਼ਬਦ ਦੁਆਰਾ ਭਵ ਸਾਗਰ ਨੂੰ ਅਸੀਂ ਪਾਰ ਹੋਣਾ, ਜਿਹਦੇ ਨਾਲ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ। ਹੁਣ ਜਿਹੜਾ ਆਪਾਂ ਅਭਿਆਸ ਕਰ ਰਹੇ ਸੀ ਸ਼ਬਦ ਸੁਰਤ ਦੁਆਰਾ, ਇਹ ਅਸੀਂ ਭਵ ਸਾਗਰ ਨੂੰ ਪਾਰ ਕਰ ਰਹੇ। ਵਾਹਿਗੁਰੂ ਵਾਹਿਗੁਰੂ, ਇਸ ਤਰਲੋਕੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਸਿਮਰਨ ਕਰ ਕਰਕੇ। ਇਸ ਦਾ ਹੀ ਮਹਾਰਾਜ ਨੇ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਭੇਦ ਦਿੱਤਾ। ਕਹਿੰਦੇ ਕਿ ਵਿਧੀਆਂ ਦੱਸੀਆਂ ਫਿਰ ਗੁਰਬਾਣੀ 'ਚ ਆਪਾਂ ਨੂੰ ਸਮਝਾਈਆਂ ਆ ਕਿ ਜੇ ਕ੍ਰੋਧ ਜ਼ਿਆਦਾ ਆਉਂਦਾ ਆ, ਜੇ ਅਸੀਂ ਇਸ ਸੰਸਾਰ ਦੇ ਵਿੱਚ ਤ੍ਰੈ ਗੁਣਾਂ ਵਿੱਚ ਫਸੇ ਹਾਂ ਕਿਵੇਂ ਨਿਕਲਣਾ ਹੈ। ਫਿਰ ਉਹਦੇ ਨਾਲ ਕਹਿੰਦੇ ਕਿ ਜਿਹੜਾ ਮਨ ਸਾਡਾ ਉੱਡਦਾ ਨਹੀਂ, ਹੰਸ ਨੂੰ ਅਸੀਂ ਬਿਠਾ ਕੇ ਰੱਖਦੇ ਹਾਂ। ਫਿਰ ਜਿਹੜਾ ਅੰਮ੍ਰਿਤ ਰਸ ਹੈ ਜਿਹੜਾ ਪੌਣ ਦੇ ਵਿੱਚ ਚੱਲ ਰਿਹਾ ਹੈ, ਕਿਵੇਂ ਬ੍ਰਹਮ ਦੇ ਵਿੱਚ ਅੰਮ੍ਰਿਤ ਰਸ ਹੈ, ਕਿਵੇਂ ਪੌਣ ਦਾ ਪਿਆਲਾ ਸਾਜਿਆ ਹੈ ਸਾਡੇ ਮੁੱਖ ਨਾਲ ਲਾਇਆ ਹੋਇਆ, ਕਿਵੇਂ ਅਸੀਂ ਪੀਣਾ, ਉਹ ਫਿਰ ਸਾਰਾ ਗੁਰਬਾਣੀ ਦੇ ਵਿੱਚ ਆਪਾਂ ਨੂੰ ਭੇਦ ਦਿੱਤਾ। ਮਹਾਰਾਜ ਕਹਿੰਦੇ ਸੂਰਸਰ ਸੋ ਲੈ ਸੋਮਸਰ ਭੋਖ ਲੈ, ਜੁਗਤਕਾਰ ਮਰਤ ਸੋ ਸੰਬੰਧ ਕੀਜੈ, ਕਿ ਜਿਹੜਾ ਆਪਾਂ ਹੁਣ ਵਿਚਰਦੇ ਹਾਂ ਸੰਸਾਰ ਦੇ ਵਿੱਚ, ਅੱਗੇ ਵੀ ਆਪਾਂ ਵਿਚਾਰ ਕੀਤੀ ਸੀ, ਕਈ ਵਾਰੀ ਦੁਬਾਰਾ ਵੀ ਆਪਾਂ ਨੂੰ ਯਾਦ ਕਰਨਾ ਪੈਂਦਾ ਹੈ ਵਾਰ-ਵਾਰ, ਕਿਉਂਕਿ ਅਸੀਂ ਤ੍ਰੈ ਗੁਣਾਂ ਦੇ ਵਿੱਚ ਫਿਰ ਭੁੱਲ ਜਾਂਦੇ। ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਸੂਰਸਰ ਸੋ ਲੈ, ਕਿ ਸੂਰਜ ਕਿਆ ਆ। ਜਦੋਂ ਅਸੀਂ ਇਹ ਸਰੀਰ ਦੀ ਖੋਜ ਕਰਦੇ ਹਾਂ, ਕਾਇਆ ਦੀ ਖੋਜ ਕਰਦੇ ਹਾਂ, ਗੁਰਬਾਣੀ 'ਚ ਆਪਾਂ ਨੂੰ ਭੇਦ ਦਿੱਤਾ। ਸੂਰਜ ਕਿਆ ਆ, ਸੂਰ ਨੂੰ
ਜਿਹੜਾ ਸਾਡਾ ਸੱਜਾ ਪਾਸਾ ਹੈ। ਇਹਨੂੰ ਪਿੰਗਲਾ ਵੀ ਕਿਹਾ ਹੈ ਗੁਰਬਾਣੀ ਦੇ ਵਿੱਚ, ਜਿਹੜੀਆਂ ਨਾੜੀਆਂ ਸਾਡੀਆਂ ਚੱਲਦੀਆਂ। ਸੂਰਸਰ ਸੋਸ ਲੈ, ਕਹਿੰਦੇ ਸੂਰਜ ਦੀ ਜਿਹੜੀ ਨਦੀ ਆ ਉਹਨੂੰ ਸੋਖ ਲਓ, ਸੁਕਾ ਲਓ। ਸੋਮਸਰ ਭੂਖ ਲੈ, ਕਹਿੰਦੇ ਕਿ ਫਿਰ ਜੁਗਤਕਾਰ ਮਰਤ ਸੋ ਸੰਬੰਧ ਕੀਜੇ। ਇਹ ਉਹੀ ਵਿਧੀ ਦੱਸੀ ਹੈ ਜਿਹੜੀ ਆਪਾਂ ਅੱਗੇ ਵੀ ਕੀਤੀ ਕਿ ਜਿਨ੍ਹਾਂ ਨੂੰ ਜ਼ਿਆਦਾ ਕ੍ਰੋਧ ਆਉਂਦਾ ਹੈ, ਕਿ ਮਨ ਕੰਟਰੋਲ 'ਚ ਨਹੀਂ ਰਹਿੰਦਾ, ਉਸ ਵਕਤ ਆਪਾਂ ਨੂੰ ਸਮਝਾਇਆ ਹੈ ਕਿ ਸੂਰਜ ਦੀ ਨਦੀ ਸੁਕਾ ਲੈਣੀ, ਚੰਦਰਮਾ ਵੱਲ ਲੈ ਜਾਣੀ, ਖੱਬੇ ਪਾਸੇ ਨੂੰ ਚੰਦਰਮਾ ਕਿਹਾ ਹੈ। ਅਤੇ ਜਦੋਂ ਆਪਾਂ ਇਸ ਤਰੀਕੇ ਨਾਲ ਸੂਰਜ ਵਾਲੇ ਪਾਸੇ ਸਵਾਸ ਉੱਪਰ ਨੂੰ ਖਿੱਚਦੇ ਹਾਂ, ਫਿਰ ਖੱਬੇ ਪਾਸੇ ਛੱਡ ਦਿੰਦੇ ਹਾਂ। ਉਹ ਆਪਾਂ ਨੂੰ ਫਿਰ ਦੱਸਿਆ ਕਿ ਫਿਰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ, ਜਿਹਦੇ ਨਾਲ ਸਾਡਾ ਜਿਹੜਾ ਗੁੱਸਾ ਆ ਉਹ ਠੰਡਾ ਹੋ ਜਾਂਦਾ, ਕਿਉਂਕਿ ਮਨ ਸ਼ਾਂਤ ਹੋ ਜਾਂਦਾ, ਮਨ ਨੂੰ ਉਹਦੀ ਖੁਰਾਕ ਮਿਲ ਜਾਂਦੀ। ਇਹ ਆਪਾਂ ਨੂੰ ਵਿਧੀ ਫਿਰ ਗੁਰਬਾਣੀ ਵਿੱਚ ਸਮਝਾਈ ਹੈ। ਫਿਰ ਕਹਿੰਦੀ ਮੇਨ ਕੀ ਚਪਲ ਸਿਓ ਜੁਗਤ ਮਨ ਰਾਖੀਏ, ਉੱਡੇ ਨਾ ਹੰਸ ਨਾ ਕੰਧ ਛੀਜੇ। ਕਹਿੰਦੇ ਇਸ ਤਰੀਕੇ ਨਾਲ ਫਿਰ ਜਦੋਂ ਅਸੀਂ ਇੱਦਾਂ ਅਭਿਆਸ ਕਰਦੇ, ਇਹ ਗੁਰਬਾਣੀ 'ਚ ਅਭਿਆਸ ਦੱਸਿਆ। ਹੁਣ ਆਪਾਂ ਨੂੰ ਸੂਰਜ ਚੰਦਰਮਾ ਦੱਸਿਆ, ਇਹਨਾਂ ਨੇਤਰਾਂ ਨੂੰ ਵੀ ਕਿਹਾ ਹੈ, ਇਹਨਾਂ ਨਾਸਕਾਂ ਨੂੰ ਵੀ, ਜਿਹੜੇ ਸਾਡੇ 'ਚ ਸਵਾਸ ਇੱਕ 'ਚੋਂ ਘੱਟ ਆਉਂਦੇ, ਇੱਕ 'ਚੋਂ ਵੱਧ ਆਉਂਦੇ। ਅਤੇ ਜਦੋਂ ਅਸੀਂ ਫਿਰ ਦੇਖਦੇ ਹਾਂ ਸੰਤੁਲਨ ਸਾਡਾ ਵਿਗੜਿਆ ਹੁੰਦਾ। ਇੱਦਾਂ ਹੀ ਫਿਰ ਗੁਰਬਾਣੀ 'ਚ ਦੱਸਿਆ ਹੈ ਕਿ ਜਿਹੜਾ ਕ੍ਰੋਧ ਜ਼ਿਆਦਾ ਸਾਨੂੰ ਆਉਂਦਾ, ਜਿੱਦਾਂ ਤਮੋਗੁਣੀ ਹੋ ਜਾਂਦੇ ਅਸੀਂ ਬਹੁਤ, ਜਦੋਂ ਸੂਰਜ ਵਾਲਾ ਪਾਸਾ ਸਾਡਾ ਜ਼ਿਆਦਾ ਕੰਮ ਕਰਨ ਲੱਗ ਪੈਂਦਾ ਹੈ, ਉਹ ਫਿਰ ਸਾਡਾ ਤਮੋਗੁਣੀ ਅਸੀਂ ਹੋ ਜਾਂਦੇ, ਕਿ ਫਿਰ ਅਸੀਂ ਕੰਟਰੋਲ ਨਹੀਂ ਕਰ ਸਕਦੇ ਕ੍ਰੋਧ ਨੂੰ। ਅਤੇ ਗੁਰਬਾਣੀ 'ਚ ਆਪਾਂ ਨੂੰ ਫਿਰ ਸਮਝਾਇਆ, ਸਿਮਰਨ ਦੁਆਰਾ ਵੀ ਪੰਜੇ ਵਸ ਆਉਂਦੇ ਆ, ਗਿਆਨ ਦੁਆਰਾ ਵੀ ਪੰਜੇ ਵਸ ਆਉਂਦੇ ਆ। ਜਿਹੜਾ ਅਸੀਂ ਅਭਿਆਸ ਕਰਦੇ ਹਾਂ, ਉੱਦਾਂ ਹੀ ਸਹਿਜ ਮਨ ਆ ਜਾਂਦਾ, ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਕਿ ਪੰਜ ਦੂਤ ਵਸ ਆ ਜਾਂਦੇ। ਫਿਰ ਮਹਾਰਾਜ ਕਹਿੰਦੇ ਗਿਆਨ ਖੜਗ ਪੰਜ ਦੂਤ ਸਿੰਗਾਰੇ, ਕਿ ਜਿਹੜਾ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਇਸ ਗਿਆਨ ਦੇ ਖੜਗ ਦੁਆਰਾ ਵੀ ਅਸੀਂ ਪੰਜਾਂ ਦੂਤਾਂ ਨੂੰ ਵਸ ਕਰ ਲੈਂਦੇ। ਕਿਵੇਂ? ਕਿਉਂਕਿ ਅਸੀਂ ਜਿਹੜਾ ਸੰਸਾਰ 'ਚ ਵਿਚਰਦੇ, ਇੱਥੇ ਸਾਨੂੰ ਬ੍ਰਹਮ ਗਿਆਨ ਹੋਣਾ ਬਹੁਤ ਜ਼ਰੂਰੀ ਆ, ਕਿ ਅਸੀਂ ਸੰਸਾਰ 'ਚ ਵੀ ਕਿਵੇਂ ਵਿਚਰਨਾ। ਇੱਥੇ ਫਿਰ ਆਪਾਂ ਨੂੰ ਗੁਰਬਾਣੀ ਰਾਹੀਂ ਸਮਝਾਇਆ ਕਿਵੇਂ ਫਿਰ ਗਿਆਨ ਦੀ ਮੱਤ ਮਨ ਨੂੰ ਦੇਈ ਜਾਣੀ ਹੈ ਨਾਲ ਨਾਲ, ਜਦੋਂ ਅਸੀਂ ਸੰਸਾਰ 'ਚ ਵਿਚਰਦੇ ਹਾਂ, ਪਰਿਵਾਰਾਂ 'ਚ ਵਿਚਰਦੇ ਹਾਂ, ਅਤੇ ਕ੍ਰੋਧ ਕਿਵੇਂ ਕੰਟਰੋਲ ਕਰਨਾ, ਉਹ ਫਿਰ ਆਪਾਂ ਨੂੰ ਗੁਰਬਾਣੀ 'ਚ ਵਿਧੀ ਸਮਝਾਈ ਕਿ ਜਿਹੜਾ ਮਨ ਮਛਲੀ ਵਾਂਗੂ ਚੰਚਲ ਆ, ਭੱਜਿਆ ਫਿਰਦਾ ਆ, ਟਿਕਦਾ ਨਹੀਂ। ਮਹਾਰਾਜ ਕਹਿੰਦੇ ਜੁਗਤੀ ਦੁਆਰਾ ਫਿਰ ਤੁਸੀਂ ਇਸ ਮਨ ਨੂੰ ਟਿਕਾ ਸਕਦੇ। ਮਨ ਉੱਡਦਾ ਨਹੀਂ, ਫਿਰ ਪੁਰਨਿਆਂ 'ਚ ਨਹੀਂ ਜਾਂਦਾ। ਇੱਦਾਂ ਹੀ ਫਿਰ ਗੁਰਬਾਣੀ 'ਚ ਆਪਾਂ ਨੂੰ ਅੱਗੇ ਸਮਝਾਇਆ ਆ, ਕਹਿੰਦੇ ਕਿ ਭਣਤ ਨਾਨਕ ਜਨੋ ਰਵੇ, ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੇ। ਕਿ ਫਿਰ ਸਮਝਾਇਆ ਹੈ ਕਿ ਜਿਵੇਂ ਹੁਣ ਬ੍ਰਹਮ 'ਚ ਵਰਖਾ ਹੋ ਰਹੀ ਅੰਮ੍ਰਿਤ ਦੀ, ਅਤੇ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਸਾਡੇ ਅੰਦਰੋਂ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ, ਮਨ ਨੂੰ ਇਹਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ। ਜਦੋਂ ਨਾਮ 'ਚ ਵੀ ਧਿਆਨ ਲੱਗਦਾ ਸਾਡਾ, ਉਦੋਂ ਵੀ ਸਾਨੂੰ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ। ਪਰ ਜਦੋਂ ਇਹ ਕਈ ਵਾਰੀ ਅੰਮ੍ਰਿਤ ਜੇ ਨਹੀਂ ਆਇਆ, ਫਿਰ ਅਸੀਂ ਬ੍ਰਹਮ 'ਚੋਂ ਅੰਮ੍ਰਿਤ ਪੀਣਾ ਚਾਹੁੰਦੇ ਹਾਂ, ਫਿਰ ਮਹਾਰਾਜ ਨੇ ਸਾਨੂੰ ਵਿਧੀ ਦੱਸੀ। ਕਹਿੰਦੇ ਭਣਤ ਨਾਨਕ ਜਨੋ ਰਵੈ, ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ। ਕਿ ਆ ਜਿਹੜੇ ਸਾਨੂੰ ਸਵਾਸ ਆ ਰਹੇ ਆ, ਜਦੋਂ ਅਸੀਂ ਮੁੱਖ ਬੰਦ ਕਰਕੇ ਇੱਕ ਪਾਸੇ ਸਵਾਸ ਖਿੱਚਦੇ ਹਾਂ, ਅਤੇ ਫਿਰ ਰੋਕ ਕੇ ਅਤੇ ਫਿਰ ਛੱਡ ਦਿੰਦੇ ਹਾਂ। ਸਵਾਸ ਜਿਹੜੇ ਸਾਨੂੰ ਆ ਰਹੇ ਆ ਜਿਹੜੇ ਬ੍ਰਹਮ 'ਚ ਜਿਹੜੀ ਵਰਖਾ ਹੋ ਰਹੀ, ਜਦੋਂ ਅਸੀਂ ਬ੍ਰਹਮ 'ਚੋਂ ਅੰਮ੍ਰਿਤ ਲੈਣਾ ਆ, ਇਹਦੇ ਨਾਲ ਵੀ ਸਾਡਾ ਫਿਰ ਮਨ ਸ਼ਾਂਤ ਰਹਿੰਦਾ। ਜਦੋਂ ਅਸੀਂ ਇੱਦਾਂ ਬ੍ਰਹਮ 'ਚੋਂ ਅੰਮ੍ਰਿਤ ਪੀਂਦੇ ਰਹਿੰਦੇ, ਫਿਰ ਕੀ ਕਰਨਾ ਹੁੰਦਾ, ਮੁੱਖ ਬੰਦ ਕਰਕੇ ਜਿਹੜਾ ਸਾਡਾ ਮੂੰਹ ਹੈ, ਅਤੇ ਮਹਾਰਾਜ ਕਹਿੰਦੇ ਪਵਨ ਸਿਓ ਅੰਮ੍ਰਿਤ ਪੀਜੇ। ਜਿਹੜੀ ਪਵਨ ਆ, ਸਾਹ ਸਾਨੂੰ ਆ ਰਹੇ ਆ, ਇਹ ਪੌਣ ਨੂੰ ਖਿੱਚਣਾ ਅਸੀਂ ਅੰਦਰ। ਇੱਕ ਪਾਸਿਓਂ ਮੂੰਹ ਖੋਲ੍ਹ ਕੇ ਥੋੜ੍ਹਾ ਜਿਹਾ ਪੌਣ ਨੂੰ ਖਿੱਚਣਾ, ਖਿੱਚ ਕੇ ਫਿਰ ਰੋਕ ਲੈਣਾ, ਫਿਰ ਹੌਲੀ ਹੌਲੀ ਸਵਾਸ ਨੱਕ ਰਾਹੀਂ ਛੱਡ ਦੇਣੇ। ਇਹ ਜਦੋਂ ਅਸੀਂ ਕਰੂੰਗੇ, ਦੇਖਿਓ ਪਹਿਲਾਂ ਤਾਂ ਸਾਡਾ ਮੁੱਖ ਠੰਡਾ ਹੋਣਾ ਸ਼ੁਰੂ ਹੋ ਜਾਂਦਾ, ਫਿਰ ਸਾਡਾ ਸਵਾਦ ਹੈ ਰਸਨਾ ਦਾ ਉਹ ਬਦਲਣਾ ਸ਼ੁਰੂ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਏ, ਉੱਡੈ ਨ ਹੰਸਾ ਨ ਕੰਧ ਛੀਜੇ। ਇਹ ਵੀ ਇੱਕ ਜੁਗਤੀ ਮਹਾਰਾਜ ਨੇ ਦੱਸੀ ਹੈ। ਗੁਰਬਾਣੀ 'ਚ ਸਾਡੇ ਮਨ ਨੂੰ ਟਿਕਾਉਂਦੀਆਂ ਬਹੁਤ ਜੁਗਤੀਆਂ ਹੈ, ਪਰ ਜਿੰਨਾ ਚਿਰ ਅਸੀਂ ਬਾਣੀ ਪੜ੍ਹ ਕੇ ਅੱਗੇ ਲੱਗੀ ਜਾਂਦੇ ਹਾਂ, ਸਾਨੂੰ ਫਿਰ ਪਤਾ ਨਹੀਂ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਖੋਜੋ। ਹੁਣ ਪਿਤਾ ਜੀ ਇਹ ਵਿਧੀ ਦੱਸਦੇ ਹੁੰਦੇ ਸੀ ਕਿ ਪੌਣ ਦੇ ਵਿੱਚੋਂ, ਬ੍ਰਹਮ ਦੇ ਵਿੱਚੋਂ ਕਿਵੇਂ ਤੁਸੀਂ ਪੌਣ ਰਾਹੀਂ ਅੰਮ੍ਰਿਤ ਪੀਣਾ। ਉਹ ਫਿਰ ਵਿਧੀ ਜੋ ਗੁਰਬਾਣੀ ਰਾਹੀਂ ਸਮਝਾਉਂਦੇ ਹੁੰਦੇ ਸੀ ਕਿ ਇੱਦਾਂ ਮੁੱਖ ਬੰਦ ਕਰਕੇ ਇੱਕ ਪਾਸਿਓਂ ਪਹਿਲਾਂ ਖਿੱਚਣਾ, ਫਿਰ ਨੱਕ ਰਾਹੀਂ ਛੱਡ ਦੇਣਾ, ਫਿਰ ਥੋੜ੍ਹੀ ਦੇਰ ਕਰਕੇ ਫਿਰ ਮੂੰਹ ਦੇ ਦੂਜੇ ਪਾਸਿਓਂ ਕਰਨਾ। ਜਦੋਂ ਇੱਦਾਂ ਫਿਰ ਸਾਸ ਅਸੀਂ ਖਿੱਚ ਕੇ ਪੌਣ ਨੂੰ ਰੋਕ ਕੇ, ਸਿਮਰਨ ਨਹੀਂ ਉੱਥੇ ਕਰਨਾ ਹੁੰਦਾ, ਧਿਆਨ ਦੀ ਵਿਧੀ। ਪੌਣ ਨੂੰ ਖਿੱਚ ਕੇ ਸਵਾਸ ਰੋਕ ਕੇ ਫਿਰ ਨੱਕ ਰਾਹੀਂ ਕੱਢਦੇ ਨੇ, ਇਹ ਫਿਰ ਅੰਮ੍ਰਿਤ ਬ੍ਰਹਮ 'ਚੋਂ ਸਾਨੂੰ ਆਈ ਜਾਂਦਾ। ਇਹਦੇ ਨਾਲ ਵੀ ਸਾਡਾ ਫਿਰ ਮਨ ਸ਼ਾਂਤ ਰਹਿੰਦਾ। ਤਾਂ ਹੀ ਮਹਾਰਾਜ ਗੁਰਬਾਣੀ ਕਹਿੰਦੇ ਭਣਤ ਨਾਨਕ ਜਨੋ ਰਵੈ, ਜੋ ਹਰ ਮਨੋ ਮਨ
पवन स्यों अमृत पीजै मीन की चप्पल स्यों जुगत मन राखिए उडे न हंस ना कंध शीजे। ਇੱਦਾਂ ਵੀ ਸਾਡਾ ਮਨ ਫਿਰ ਵਿਚਾਰਾਂ ਵਿੱਚ ਨਹੀਂ ਜਾਂਦਾ। ਇਹ ਗੁਰੂ ਸਾਹਿਬ ਨੇ ਆਪਾਂ ਨੂੰ ਫਿਰ ਗੁਰਬਾਣੀ 'ਚ ਵਿਧੀਆਂ ਤਰੀਕੇ ਸਮਝਾਏ ਆ ਤਾਂ ਜੋ ਅਸੀਂ ਫਿਰ ਇਹ ਵਿਧੀਆਂ ਤਰੀਕੇ ਸਿੱਖ ਕੇ ਆਪਣੇ ਜੀਵਨ 'ਚ ਢਾਲ ਕੇ ਸਾਡੇ ਮਨ ਨੂੰ ਤ੍ਰਿਗੁਣਾਂ ਤੋਂ ਅਤੀਤ ਕਰ ਸਕੀਏ, ਮਨ ਨੂੰ ਸ਼ਾਂਤ ਕਰ ਸਕੀਏ, ਮਨ ਨੂੰ ਆਨੰਦ ਵਿੱਚ ਲੈ ਕੇ ਆ ਸਕੀਏ। ਫਿਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਕਿ ਜਦੋਂ ਸੰਸਾਰ 'ਚ ਵਿਚਰਨਾ ਆ ਫਿਰ ਆਪਾਂ ਨੂੰ ਭੇਦ ਦਿੱਤਾ ਕਿ ਤੁਸੀਂ ਕਾਮ, ਕ੍ਰੋਧ, ਤ੍ਰਿਸ਼ਨਾ, ਹੰਕਾਰ ਇਹ ਸਾਰੇ ਤਨ ਤੋਂ ਖਤਮ ਕਰਨੇ ਆ, ਮਤਲਬ ਕਿ ਇਹਨਾਂ ਨੂੰ ਆਪਣੇ ਵੱਸ ਕਰਨਾ ਹੈ। ਕਹਿੰਦੇ ਕਾਮ, ਕ੍ਰੋਧ, ਤ੍ਰਿਸ਼ਨਾ, ਹੰਕਾਰਾ ਤਨ 'ਤੇ ਹੋਏ ਸਗਲ ਖਈ। ਕਿ ਜਦੋਂ ਅਸੀਂ ਰਜੋਗੁਣ 'ਤੇ ਆਉਣਾ ਆ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਆ, ਧਾਤ ਦਾ ਰਸਤਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹਨਾਂ ਤੋਂ ਉੱਪਰ ਉੱਠਣਾ। ਫਿਰ ਕਹਿੰਦੇ ਜੋ ਸੰਤਾਂ ਦੀ ਸ਼ਰਨ ਵਿੱਚ ਜਾਂਦੇ ਸੰਤ ਫਿਰ ਸਾਨੂੰ ਇਹ ਮੰਤ ਦਿੰਦੇ, ਕੀ ਕਹਿੰਦੇ, ਭੇਦ ਦਿੰਦੇ ਆ। ਕਹਿੰਦੇ ਸਤ, ਸੰਤੋਖ, ਦਇਆ, ਧਰਮ, ਸੁੱਚ, ਸੰਤਨ ਤੇ ਇਹ ਮੰਤ ਲਈ। ਕਹਿੰਦੇ ਕਿ ਫਿਰ ਸਾਨੂੰ ਭੇਦ ਦਿੰਦੇ ਆ ਕਿ ਆਪਦਾ ਰਸਤਾ ਬਦਲ ਲਓ। ਜਿਹੜਾ ਧਾਤ ਦਾ ਰਸਤਾ ਆ ਉਹ ਪਰਮਾਤਮਾ ਤੋਂ ਸਾਨੂੰ ਦੂਰ ਲੈ ਕੇ ਜਾਂਦਾ। ਫਿਰ ਉਹ ਕਹਿੰਦੇ ਲਿਵ ਦਾ ਰਸਤਾ ਅਪਣਾ ਲਓ। ਅਤੇ ਲਿਵ ਦੇ ਰਸਤੇ 'ਚ ਕੀ ਆ, ਸੱਤ ਆ, ਸੰਤੋਖ ਆ, ਦਇਆ ਆ, ਧਰਮ ਆ। ਇਹਨੂੰ ਧਰਮ ਦੀ ਪੌੜੀ ਕਿਹਾ, ਜਿਹਨੂੰ ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਇਹ ਧਰਮ ਦੀ ਪੌੜੀ ਸਾਨੂੰ ਸਮਝਾਇਆ ਕਿ ਜਦੋਂ ਸਤੋ ਗੁਣੀ ਮਨ ਬਣਦਾ ਇੱਥੋਂ ਧਰਮ ਦਾ ਸੌਦਾ ਮਿਲਦਾ ਸਾਨੂੰ। ਫਿਰ ਜਦੋਂ ਅਸੀਂ ਇਹ ਮੰਤ ਲੈ ਲੈਂਦੇ, ਇਹ ਮੱਤ ਲੈ ਲੈਂਦੇ ਗੁਰੂ ਰਾਹੀਂ ਕਿ ਅਸੀਂ ਧਾਤ ਦਾ ਰਸਤਾ ਛੱਡਣਾ, ਲਿਵ ਦਾ ਰਸਤਾ ਅਪਣਾਉਣਾ। ਲਿਵ ਦੇ ਰਸਤੇ 'ਚ ਦਇਆ, ਨਿਮਰਤਾ, ਸਹਿਨਸ਼ੀਲਤਾ, ਜਸ, ਸੰਤੋਖ ਆ। ਫਿਰ ਜਦੋਂ ਇਹ ਰਸਤਾ ਅਖਤਿਆਰ ਕਰਦੇ ਹਾਂ ਨਾਲ ਸਿਮਰਨ ਕਰਨਾ, ਜਿਹਨੂੰ ਮਹਾਰਾਜ ਕਹਿੰਦੇ ਸਿਮਰ ਸਿਮਰ ਹਰ ਕਾਰਨ ਕਰਨਾ। ਜਦੋਂ ਫਿਰ ਸਿਮਰਨ ਕਰਦੇ ਹਾਂ ਫਿਰ ਆਪਣੇ ਆਪ ਦੀ ਪਹਿਚਾਣ ਹੋ ਜਾਂਦੀ, ਇਹ ਸਾਨੂੰ ਫਿਰ ਸੋਝੀ ਆ ਜਾਂਦੀ ਸਾਰੀ। ਕਹਿੰਦੇ ਕਹੋ ਨਾਨਕ ਜਿਨ ਮਨੋਂ ਪਛਾਣਿਆ। ਹੁਣ ਮਨ ਨੂੰ ਕਿਤੇ ਮਨੋਂ ਕਿਹਾ ਆ, ਕਿਤੇ ਮਨ ਕਿਹਾ ਆ, ਕਿਤੇ ਮਨੁਆ ਕਿਹਾ ਆ। ਇਹ ਸਾਰਾ ਮਨ ਨੂੰ ਹੀ ਕਿਹਾ ਗਿਆ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਕਈ ਵਾਰੀ ਉਲਝ ਜਾਂਦਾ ਮਨ, ਇੱਥੇ ਮਨੋਂ ਕਿਹਾ ਇਹਦਾ ਅਰਥ ਆ ਹੋਣਾ ਆ, ਇੱਥੇ ਮਨੁਆ ਕਿਹਾ ਇਹਦਾ ਅਰਥ ਆ ਹੋਣਾ ਆ। ਇੱਥੇ ਮਨ ਨੂੰ ਕਿਹਾ ਗਿਆ ਹੈ। ਮਹਾਰਾਜ ਕਹਿੰਦੇ ਇਹ ਮਨੁਆ ਕਿਉਂ ਕਰ ਵਾਸ ਆਵੇ। ਗੱਲ ਕੀਤੀ ਹੈ ਸਾਡੇ ਮਨ ਦੀ। ਕਈ ਵਾਰੀ ਫਿਰ ਅਸੀਂ ਅਰਥਾਂ 'ਚ ਉਲਝੇ ਰਹਿੰਦੇ ਹਾਂ ਕਿ ਮੰਮਾ ਨੰਨਾ ਮਨ ਕਹਿ ਦਿੱਤਾ, ਮੰਮਾ ਨੰਨੇ ਨੂੰ ਔਂਕੜ ਦਲੈਂਕੜ ਲਾ ਦਿੱਤੇ, ਐੜੇ ਨੂੰ ਕੰਨਾ ਪਾ ਦਿੱਤਾ। ਇਹਨਾਂ ਚੀਜ਼ਾਂ 'ਚ ਨਹੀਂ ਉਲਝਣਾ। ਇਹ ਗੱਲ ਸਾਡੀ ਕੀਤੀ ਹੈ ਮਨ ਦੀ। ਇਸੇ ਮਨ ਨੂੰ ਗੁਰਬਾਣੀ 'ਚ ਸੁਰਤ, ਮਤ, ਬੁੱਧ, ਧਿਆਨ ਕਿਹਾ ਗਿਆ। ਜਿੱਥੇ ਜਿੱਥੇ ਵੱਖ ਵੱਖ ਮਨ ਕੰਮ ਕਰਦਾ ਆ ਉਹ ਵੱਖ ਵੱਖ ਉਹਦੇ ਨਾਮ ਰੱਖੇ ਹੋਏ ਆ। ਸੋ ਇਹ ਮਨ ਨੂੰ ਮਹਾਰਾਜ ਕਹਿੰਦੇ ਇੱਥੇ ਮਨੋਂ ਕਿਹਾ ਮਨ ਨੂੰ। ਕਹੋ ਨਾਨਕ ਜਿਨ ਮਨੋਂ ਪਛਾਣਿਆ, ਜਿਹਨੇ ਮਨ ਨੂੰ ਆਪਣੇ ਨੂੰ ਪਹਿਚਾਣ ਲਿਆ, ਤਿੰਨ ਕੋ ਸਗਲੀ ਸੋਝ ਪਈ। ਕਹਿੰਦੇ ਉਹਨੂੰ ਫਿਰ ਸਾਰੀ ਸੋਝੀ ਆ ਜਾਂਦੀ, ਕਿਉਂਕਿ ਸਾਰਾ ਖੇਲ ਸਾਡੇ ਮਨ ਦਾ ਆ। ਹੁਣ ਅਸੀਂ ਸਾਰੇ ਮਨ ਦੀ ਗੱਲ ਕਰ ਰਹੇ ਹਾਂ ਲੇਕਿਨ ਮਨ ਦਿਖ ਨਹੀਂ ਰਿਹਾ। ਜਿਹੜਾ ਦਿਖ ਹੀ ਨਹੀਂ ਰਿਹਾ ਉਹਦੀ ਅਸੀਂ ਗੱਲ ਕਰ ਰਹੇ। ਅਤੇ ਮਹਾਰਾਜ ਕਹਿੰਦੇ ਦਿਖ ਜਾਂਦਾ ਸਾਡਾ ਮਨ ਦਿਖਦਾ ਵੀ ਆ ਇਸ ਤਨ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਇਸ ਤਨ ਮੈਂ ਮਨ ਕੋ ਕੋਈ ਗੁਰਮੁਖ ਦੇਖੇ ਭਾਏ ਭਗਤ ਜਾਂ ਹਉਮੈ ਸੋਖੇ। ਕਹਿੰਦੇ ਉਦੋਂ ਦਿਸਦਾ ਆ ਜਦੋਂ ਅਸੀਂ ਭਗਤੀ ਦੇ ਰਸਤੇ 'ਤੇ ਚੱਲਦੇ ਹਾਂ, ਹਉਮੈ ਤੋਂ ਰਹਿਤ ਹੋ ਜਾਂਦੇ ਹਾਂ। ਭਾਏ ਭਗਤ ਜਾਂ ਹਉਮੈ ਸੋਖੇ ਸਿੱਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਤਿੰਨ ਭੀ ਤਨ ਮੈਂ ਮਨ ਨਾ ਦਿਖਾਵਣਿਆ। ਕਹਿੰਦੇ ਸਿੱਧ ਜਿਹੜੇ ਆ, ਸਾਧੂ ਆ, ਉਹ ਇੱਦਾਂ ਲਾ ਕੇ ਬੈਠੇ ਰਹੇ, ਮੂਨ ਧਾਰਨ ਕਰਕੇ ਬੈਠੇ ਰਹੇ, ਲੇਕਿਨ ਉਹਨਾਂ ਨੂੰ ਵੀ ਮਨ ਤਨ ਦੇ ਵਿੱਚ ਮਨ ਨਹੀਂ ਦਿਸਿਆ। ਇਹ ਮਨ ਦਿਸਣਾ ਜਦੋਂ ਮਨ ਹਉਮੈ ਤੋਂ ਰਹਿਤ ਹੋ ਜਾਂਦੇ, ਆਪਾਂ ਹਉਮੈ ਨੂੰ ਛੱਡ ਦਿੰਦੇ ਹਾਂ ਅਤੇ ਭਗਤੀ ਕਰਦੇ। ਫਿਰ ਮਹਾਰਾਜ ਕਹਿੰਦੇ ਆ ਜਿਨ੍ਹਾਂ ਨੇ ਮਨ ਨੂੰ ਪਹਿਚਾਣ ਲਿਆ ਉਹਨਾਂ ਨੂੰ ਫਿਰ ਸਾਰੀ ਸੋਝੀ ਆ ਜਾਂਦੀ। ਵਾਹਿਗੁਰੂ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ ਗੁਰੂ ਅਤੇ ਸੰਗਤ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।